सत श्री अकाल जी सारिਆਂ ਨੂੰ ਸਵਾਗਤ ਕਰਦੀ ਹਾਂ मैं ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ मैं ਆ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਭਾਰਤੀ ਸੰਵਿਧਾਨ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਦਾ ਮੌਕ ਟੈਸਟ। ਜਿਹੜੇ ਵੀ ਸਟੂਡੈਂਟ ਪੰਜਾਬ ਪੁਲਿਸ ਕਾਂਸਟੇਬਲ, ਪੰਜਾਬ ਪੁਲਿਸ ਸਬ ਇੰਸਪੈਕਟਰ, ਪੰਜਾਬ ਪਟਵਾਰੀ ਜਾਂ ਫਿਰ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਹਰੇਕ ਗਵਰਨਮੈਂਟ ਐਗਜ਼ਾਮ ਦੇ ਵਿੱਚ ਕਾਮਨ ਹੁੰਦਾ ਟੌਪਿਕ ਸੰਵਿਧਾਨ। ਠੀਕ ਹੈ, ਇੰਡੀਅਨ ਕਨਸਟੀਟਿਊਸ਼ਨਸ ਤੁਸੀਂ ਦੇਖ ਸਕਦੇ ਹੋ ਆਪਣੇ ਆਪਣੇ ਸਿਲੇਬਸ ਦੇ ਵਿੱਚ ਜਾ ਕੇ ਕਿ ਤੁਹਾਡੇ ਸਿਲੇਬਸ ਦੇ ਵਿੱਚ ਕਿੰਨਾ ਇੰਪੋਰਟੈਂਟ ਟੌਪਿਕ ਆ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜਾ ਅਸੀਂ MCQ ਕਰਨ ਵਾਲੇ ਆ, ਮੌਕ ਟੈਸਟ ਲੈ ਕੇ ਆਈ ਹਾਂ ਮੈਂ ਤੁਹਾਡੇ ਲਈ। ਇਹ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ, ਕਿਉਂਕਿ ਤੁਹਾਨੂੰ ਪਤਾ ਹੈ ਸੰਵਿਧਾਨ ਦੇ ਜਿਹੜੇ ਸਾਡੇ ਮੈਂ ਤੁਹਾਨੂੰ 11 ਪਾਰਟ ਕੰਪਲੀਟ ਕਰਵਾਏ ਆ, ਜਿਹਦੇ ਵਿੱਚ ਮੈਂ ਤੁਹਾਨੂੰ ਪੂਰਾ ਲੋ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਦੇ ਕੁਐਸਚਨਸ ਕਵਰ ਕਰਵਾ ਚੁੱਕੀ ਹਾਂ। ਤੁਸੀਂ ਉਹ ਜ਼ਰੂਰ ਕਵਰ ਕਰ ਲੈਣੇ ਨੇ। ਤੇ ਉਸ ਤੋਂ ਬਾਅਦ ਤੁਸੀਂ ਅੱਜ ਅਸੀਂ ਇਸ ਭਾਰਤੀ ਸੰਵਿਧਾਨ ਦਾ ਮੌਕ ਟੈਸਟ ਕਵਰ ਕਰਾਂਗੇ। ਤੇ ਯਕੀਨ ਮੰਨਿਓ, ਜੇਕਰ ਤੁਹਾਨੂੰ ਸੰਵਿਧਾਨ ਬਾਰੇ ਕੁਝ ਵੀ ਨਹੀਂ ਪਤਾ ਨਾ, ਤਾਂ ਮੌਕ ਟੈਸਟ ਨੂੰ ਕਰਨ ਤੋਂ ਬਾਅਦ ਤੁਹਾਡੀ ਨੌਲੇਜ ਦੇ ਵਿੱਚ ਕੀ ਇੰਕਰੀਮੈਂਟ ਹੋਊਗਾ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ। ਠੀਕ ਹੈ, ਕਿਉਂਕਿ ਇਸ ਦੇ ਵਿੱਚ ਵੀ ਮੈਂ ਤੁਹਾਨੂੰ ਲੋ ਲੈਵਲ ਤੋਂ ਲੈ ਕੇ ਇੰਪੋਰਟੈਂਟ ਹਾਈ ਲੈਵਲ ਤੱਕ ਦੇ ਆਰਟੀਕਲ ਵੀ ਕਰਵਾਉਣ ਵਾਲੀ ਹਾਂ। ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ, ਇੱਕ ਵੀ ਕੁਐਸਚਨ ਨਾ ਮਿਸ ਕਰਨਾ, ਕਿਉਂਕਿ ਹਰ ਇੱਕ ਆਪਾਂ ਕਹਿ ਸਕਦੇ ਹਾਂ ਕਿ ਹਰ ਇੱਕ MCQ ਇਸ ਦੇ ਵਿੱਚ ਇੰਨਾ ਜ਼ਿਆਦਾ ਇੰਪੋਰਟੈਂਟ ਐਡ ਕੀਤਾ ਗਿਆ। ਜਿਹੜੇ ਸਟੂਡੈਂਟ ਆਲਰੇਡੀ ਐਗਜ਼ਾਮ ਦਿੰਦੇ ਰਹਿੰਦੇ ਆ, ਉਹਨਾਂ ਨੂੰ ਦੇਖ ਕੇ ਪਤਾ ਲੱਗ ਜਾਵੇਗਾ ਆਪਣੇ ਆਪ। ਠੀਕ ਹੈ, ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ? ਹਾਂਜੀ, ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਕਿਹੜੀ ਨਹੀਂ ਗੀ? ਸਭ ਤੋਂ ਪਹਿਲਾਂ ਤੁਸੀਂ ਦੇਖੋ ਅਸੀਂ ਕਿਹੜੀ ਨਹੀਂ ਦੱਸਣਾ ਵਾ। ਠੀਕ ਹੈ, ਤਾਂ ਲੋਕਤੰਤਰੀ ਪ੍ਰਣਾਲੀ ਭਾਰਤੀ ਸੰਵਿਧਾਨ ਦੇ ਵਿੱਚ ਹੈਗੀ ਆ। ਮੁੱਢਲੇ ਅਧਿਕਾਰ ਅਤੇ ਕਰਤੱਵ ਵੀ ਭਾਰਤੀ ਸੰਵਿਧਾਨ ਦੇ ਵਿੱਚ ਹੀ ਆ। ਤੇ ਹਰ ਨੌਜਵਾਨ ਨੂੰ ਰੁਜ਼ਗਾਰ ਦੇਣ ਦੀ ਗਾਰੰਟੀ ਭਾਰਤੀ ਸੰਵਿਧਾਨ ਦੀ ਨਹੀਂ ਗੀ। ਤਾਂ ਆਪਸ਼ਨ ਨੰਬਰ C ਹੀ ਇਸ ਦਾ ਰਾਈਟ ਆਨਸਰ ਹੋਊਗਾ ਕਿ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਗੀ ਹਰ ਨੌਜਵਾਨ ਨੂੰ ਰੁਜ਼ਗਾਰ ਦੀ ਗਾਰੰਟੀ ਦੇਣਾ। ਆਪਸ਼ਨ C ਇਸ ਦਾ ਜਿਹੜਾ ਰਾਈਟ ਆਨਸਰ ਹੈ। ਠੀਕ ਹੈ ਜੀ, ਇਹ ਵਿਸ਼ੇਸ਼ਤਾ ਵਾ ਜਿਹੜੀ ਭਾਰਤੀ ਸੰਵਿਧਾਨ ਦੀ ਨਹੀਂ ਗੀ। ਉਸ ਤੋਂ ਬਾਅਦ ਸੁਤੰਤਰ ਨਿਆਂਪਾਲਿਕਾ, ਇਹ ਭਾਰਤੀ ਸੰਵਿਧਾਨ ਦੀ ਇੱਕ ਮੇਨ ਵਿਸ਼ੇਸ਼ਤਾ ਵਾ। ਠੀਕ ਹੈ ਜੀ, ਤੇ ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਵਰਤਾਨਵੀ ਸੰਸਦ ਦੁਆਰਾ ਕਿਸੇ ਦਾ ਮਹਾਭਿਯੋਗ ਕੀਤਾ ਗਿਆ ਸੀ? ਹਾਂਜੀ, ਵਰਤਾਵਨੀ ਸੰਸਦ ਦੁਆਰਾ ਇਹਨਾਂ ਦੇ ਵਿੱਚੋਂ ਕਿਸ ਦਾ ਮਹਾਭਿਯੋਗ ਕੀਤਾ ਗਿਆ ਸੀ? ਤਾਂ ਇਹ ਕੀਤਾ ਗਿਆ ਸੀ ਜੀ ਵਾਰੇਨ ਹੈਸਟਿੰਗਸ ਦਾ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਪਹਿਲੇ 2-3 ਕੁਐਸਚਨਸ ਇਸ ਤਰ੍ਹਾਂ ਦੇ ਆ ਜਿਹੜੇ ਇੰਪੋਰਟੈਂਟ ਵੀ ਸੀ ਤੇ ਤੁਹਾਨੂੰ ਦਿਖਾਉਣੇ ਵੀ ਜ਼ਰੂਰੀ ਸੀ। ਠੀਕ ਹੈ, ਉਸ ਤੋਂ ਬਾਅਦ ਅਸੀਂ ਬਿਲਕੁਲ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਦੀ ਜਾਵਾਂਗੀ ਨਾਲ ਦੀ ਨਾਲ ਕਿ ਇਹਨਾਂ ਦੇ ਕੀ ਮੀਨਿੰਗ ਆ। ਠੀਕ ਹੈ, ਨੈਕਸਟ ਹੈ ਜੀ, ਸੰਵਿਧਾਨ ਸਭਾ ਦੇ ਮੈਂਬਰਾਂ ਬਾਰੇ ਕਿਹੜਾ ਕਥਨ ਸਹੀ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਸੰਵਿਧਾਨ ਸਭਾ ਦੇ ਮੈਂਬਰਾਂ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ? ਵੈਸੇ ਤਾਂ ਨਹੀਂ ਹੈ ਆਉਣਾ ਸੀ, ਤਾਂ ਬਾਕੀ ਦੇਖਦੇ ਹਾਂ ਆਪਾਂ ਕੀ ਲਿਖਿਆ ਹੋਇਆ ਹੈ ਕਿ ਨਹੀਂ ਹੈ ਜੋ ਲੱਗ ਰਿਹਾ ਹੈ ਜਾਂ ਕੀ। ਇਸ ਦੇ ਅਕੋਰਡਿੰਗ ਹੀ ਚੱਲਦੇ ਹਾਂ ਕਿ ਸੰਵਿਧਾਨ ਸਭਾ ਦੇ ਮੈਂਬਰਾਂ ਬਾਰੇ ਕਿਹੜਾ ਕਥਨ ਸਹੀ ਹੈ? ਤਾਂ ਲੋਕਾਂ ਦੁਆਰਾ ਸਿੱਧੇ ਤੌਰ ਤੇ ਚੁਣੇ ਜਾਂਦੇ ਹਨ। ਹਾਂਜੀ, ਜਿਹੜੇ ਸੰਵਿਧਾਨ ਸਭਾ ਦੇ ਮੈਂਬਰ ਹੁੰਦੇ ਆ ਕੀ ਲੋਕਾਂ ਦੁਆਰਾ ਸਿੱਧੇ ਤੌਰ ਤੇ ਚੁਣੇ ਜਾਂਦੇ ਆ? ਨਹੀਂ। ਜਾਂ ਵੱਖ-ਵੱਖ ਰਾਜਨੀਤਿਕ ਦਲਾਂ ਦੁਆਰਾ ਨਾਮਜ਼ਦ ਕੀਤੇ ਜਾਂਦੇ ਆ? ਨਹੀਂ। ਉਸ ਤੋਂ ਬਾਅਦ ਭਾਰਤੀ ਪ੍ਰਾਂਤਾਂ ਦੇ ਸ਼ਾਸਕਾਂ ਦੁਆਰਾ ਨਾਮਜ਼ਦ ਕੀਤੇ ਜਾਂਦੇ ਆ? ਨਹੀਂ, ਸਗੋਂ ਦੀ ਰਾਜਾਂ ਦੀਆਂ ਵਿਧਾਨ ਸਭਾਵਾਂ ਦੁਆਰਾ ਚੁਣੇ ਜਾਂਦੇ ਆ। ਜਿਹੜੇ ਸੰਵਿਧਾਨ ਸਭਾ ਦੇ ਮੈਂਬਰ ਹੁੰਦੇ ਆ ਉਹ ਭਾਰਤੀ ਰਾਜਾਂ ਦੀ ਵਿਧਾਨ ਸਭਾ ਦੁਆਰਾ ਚੁਣੇ ਜਾਂਦੇ ਆ। ਠੀਕ ਹੈ, ਆਪਸ਼ਨ D ਇੱਥੇ ਰਾਈਟ ਆਨਸਰ ਬਣ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਇਹੀ ਕਥਨ ਸਹੀ ਆ। ਨੈਕਸਟ ਅਸੀਂ ਕਰਦੇ ਹਾਂ ਜੀ, ਕੈਬਨਿਟ ਮਿਸ਼ਨ ਯੋਜਨਾ ਦੇ ਅਧੀਨ ਬਣਾਈ ਗਈ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ ਦੱਸੋ। ਦੇਖੋ, ਸਭ ਤੋਂ ਪਹਿਲਾਂ ਕੈਬਨਿਟ ਮਿਸ਼ਨ ਯੋਜਨਾ ਤਿਆਰ ਕੀਤੀ ਗਈ ਸੀ ਜਦੋਂ ਸਾਡਾ ਸੰਵਿਧਾਨ ਬਣਨਾ ਤਿਆਰ ਹੋਇਆ ਸੀ ਦੂਜੇ ਵਿਸ਼ਵ ਯੁੱਧ ਦੇ ਸਮੇਂ। ਕਿ ਜਦੋਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ ਨਾ, ਤੁਹਾਨੂੰ ਪਤਾ ਹੈ ਕਿ ਉਸ ਟਾਈਮ ਕਿੰਨੀ ਤਬਾਹੀ ਮੱਚੀ ਹੋਈ ਸੀ। ਤਾਂ ਉਸ ਟਾਈਮ ਦੇ ਵਿੱਚ ਕੀ ਹੋਇਆ ਸੀ ਕਿ ਇੱਕ ਰਾਜਾ ਸੀਗਾ ਜਿਹੜਾ ਚਾਹੁੰਦਾ ਸੀ ਕਿ ਜਰਮਨੀ, ਆਪਾਂ ਦੇਖੋ ਦੂਜਾ ਵਿਸ਼ਵ ਯੁੱਧ ਇੰਗਲੈਂਡ ਦਾ ਨੁਕਸਾਨ ਹੋ ਰਿਹਾ ਸੀ। ਜਰਮਨੀ ਲੰਦਨ ਉੱਪਰ ਪੂਰੇ 15 ਦਿਨ ਰਾਤ ਬਿਨਾਂ ਰੁਕੇ ਬੰਬ ਸੁੱਟ ਰਿਹਾ ਸੀ। ਤਾਂ ਇੰਗਲੈਂਡ ਨੂੰ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਧੋ ਦਿੱਤਾ ਸੀਗਾ ਦੂਜੇ ਵਿਸ਼ਵ ਯੁੱਧ ਦੇ ਵਿੱਚ। ਤਾਂ ਇੰਗਲੈਂਡ ਦੀ ਦੁਨੀਆ ਨੇ ਯੁੱਧ ਤੋਂ ਪੂਰੀ ਤਰ੍ਹਾਂ ਦੁਖੀ ਹੋਏ ਤੇ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਵਿਨਸਟਨ ਚਰਚਿਲ। ਠੀਕ ਹੈ, ਤੇ ਦੂਜੇ ਪਾਸੇ ਉੱਥੋਂ ਦੇ ਲੇਬਰ ਪਾਰਟੀ ਦੇ ਨੇਤਾ ਸੀਗੇ ਇੱਕ ਕਲਾਈਮੇਟ ਐਂਟਲੀ।
ਤਾਂ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਾਡੀ ਸਰਕਾਰ ਆ ਜਾਂਦੀ ਆ ਤਾਂ ਅਸੀਂ ਤੁਹਾਨੂੰ ਭਾਰਤ ਨੂੰ ਸੁਤੰਤਰ ਕਰ ਦੇਵਾਂਗੇ, ਕਿਉਂਕਿ ਭਾਰਤ ਆ ਜਿਹੜਾ ਪੂਰਨ ਸਵਰਾਜ ਦੀ ਮੰਗ ਕਰ ਰਿਹਾ ਸੀ 1946 1930 ਤੋਂ ਹੀ ਮੰਗ ਕਰ ਰਿਹਾ ਸੀ। ਪਰ ਪੂਰਨ ਸਵਰਾਜ ਮਿਲ ਕਿੱਥੇ ਰਿਹਾ ਸੀ, ਅੰਗਰੇਜ਼ ਛੱਡ ਹੀ ਨਹੀਂ ਰਹੇ ਸੀ। ਅੰਗਰੇਜ਼ਾਂ ਨੇ ਵੀ ਦਾਅਵਾ ਕਰਤਾ ਕਿ ਜੇਕਰ ਤੁਸੀਂ ਸੰਵਿਧਾਨ ਲੈ ਆਉਂਦੇ ਆ ਤਾਂ ਅਸੀਂ ਜ਼ਰੂਰ ਛੱਡ ਕੇ ਜਾਵਾਂਗੇ ਤੁਹਾਨੂੰ, ਠੀਕ ਹੈ। ਤਾਂ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਜਦੋਂ ਫਿਰ ਐਂਟਨੀ ਕਲਾਈਮੇਟ ਐਂਟਲੀ ਹੈ ਜੀ, ਉਹਨਾਂ ਦੀ ਭਾਰਤ ਨੇ ਹੈਲਪ ਕੀਤੀ ਤੇ ਉਹ ਜਿੱਤ ਗਏ। ਤਾਂ ਉਹਨਾਂ ਨੇ 3 ਕੈਬਨਿਟ ਮੰਤਰੀਆਂ ਨੂੰ ਭਾਰਤ ਭੇਜਿਆ ਸੀ 1946 ਦੇ ਵਿੱਚ। ਉਹ 3 ਕੈਬਨਿਟ ਮੰਤਰੀ ਆਏ ਸੀ, ਕ੍ਰਿਪਸ, ਅਲੈਗਜ਼ੈਂਡਰ ਅਤੇ ਲਾਰੈਂਸ। ਉਹਨਾਂ ਤਿੰਨਾਂ ਨੇ ਮਿਲ ਕੇ, ਇਹਨਾਂ ਤਿੰਨਾਂ ਦੇ ਲੀਡਰ ਸੀਗੇ ਲਾਰੈਂਸ, ਠੀਕ ਹੈ। ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਲੀਡਰ ਸੀ ਇਹਨਾਂ ਦੇ ਲਾਰੈਂਸ। ਤੇ ਇਹਨਾਂ ਨੇ ਆਪਾਂ ਨੂੰ 3 ਕੰਮ ਦਿੱਤੇ ਸੀ ਭਾਰਤ ਨੂੰ। ਪਹਿਲਾ ਕੰਮ ਦਿੱਤਾ ਸੀ ਅੰਤਰਿਮ ਸਰਕਾਰ ਬਣਾਉਣ ਦਾ, ਵੀ ਅਗਲੇ 5 ਸਾਲਾਂ ਤੱਕ ਸਰਕਾਰ ਨੂੰ ਚਲਾਉਣਾ ਸਿੱਖੋ। ਤੇ 1947 ਦੇ ਵਿੱਚ ਤਾਂ ਹੀ ਤਾਂ ਭਾਰਤ ਆਜ਼ਾਦ ਹੋਇਆ। 1951 ਦੇ ਵਿੱਚ ਜਾ ਕੇ ਵੋਟਾਂ ਸਾਡੀਆਂ ਪੈਣੀਆਂ ਸ਼ੁਰੂ ਹੋਈਆਂ ਸੀ ਨਾ, ਤੁਹਾਨੂੰ ਪਤਾ ਹੋਵੇਗਾ। ਫਿਰ ਦੂਸਰਾ ਜਿਹੜਾ ਫਿਰ ਉਹਨਾਂ ਨੇ ਸੰਵਿਧਾਨ ਬਣਾਇਆ, ਉਹ ਕਹਿੰਦੇ 19 ਦੇਰ ਅਸੀਂ ਤੁਹਾਡੀ ਰੱਖਿਆ ਕਰਾਂਗੇ, ਜਦੋਂ ਸੰਵਿਧਾਨ ਬਣ ਗਿਆ ਅਸੀਂ ਚਲੇ ਜਾਵਾਂਗੇ। ਇਹ ਸੀ ਕੈਬਨਿਟ ਮਿਸ਼ਨ ਯੋਜਨਾ। ਤੇ ਇਸ ਦੇ ਅਧੀਨ ਸੰਵਿਧਾਨ ਨੂੰ ਲਿਖਣ ਦੇ ਲਈ ਕੁਝ ਮੈਂਬਰ ਚੁਣੇ ਗਏ ਸੀਗੇ। ਜਿਹੜੇ ਮੈਂਬਰ ਸੀਗੇ ਚੁਣੇ ਗਏ ਉਹ 399 ਸੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਹੁਣ ਇਹ ਕੈਬਨਿਟ ਯੋਜਨਾ ਵਾ ਜਿਹੜੀ 1946 ਦੇ ਵਿੱਚ ਬਣੀ ਸੀ। ਤੁਹਾਨੂੰ ਪਤਾ ਹੈ 1947 ਦੇ ਵਿੱਚ ਬੰਗਲਾਦੇਸ਼ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਤੇ ਵੰਡ ਦੇ ਸਮੇਂ ਜਿਹੜੇ ਮੈਂਬਰ ਉਹਨਾਂ ਦੇ ਸੀ ਉਹ ਉੱਧਰ ਹੀ ਚਲੇ ਗਏ ਸੀ, ਠੀਕ ਹੈ। ਤਾਂ ਵੰਡ ਦੇ ਸਮੇਂ ਜਿਹੜੇ ਮੈਂਬਰ ਪਾਕਿਸਤਾਨ ਤੋਂ ਸੀ, ਬੰਗਲਾਦੇਸ਼ ਤੋਂ ਸੀ, ਉੱਧਰ ਚਲੇ ਗਏ ਤੇ ਸਾਡੇ ਟੋਟਲ ਸੰਵਿਧਾਨ ਦੇ ਮੈਂਬਰ ਰਹਿ ਗਏ ਸੀ 299, ਠੀਕ ਹੈ। ਫਿਰ ਜਦੋਂ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਉਹਦੇ ਤੇ ਸਾਈਨ ਕਰਨ ਦੀ ਵਾਰੀ ਆਈ, ਦਸਖਤ ਕਰਨ ਦੀ ਵਾਰੀ ਆਈ। ਉਹਨਾਂ ਦੇ ਵਿੱਚੋਂ ਕਿਉਂਕਿ ਸੰਵਿਧਾਨ ਨੂੰ ਲਗਭਗ 3 ਸਾਲ ਦਾ ਸਮਾਂ ਲੱਗ ਗਿਆ ਸੀ ਬਣਨ ਨੂੰ, ਤਾਂ ਉਹਨਾਂ ਦੇ ਵਿੱਚੋਂ ਅੱਧੇ ਕੁ ਜਿਹੜੇ ਉਹਨਾਂ ਪੂਰੇ ਹੋ ਗਏ ਸੀ, ਉਹਨਾਂ ਦੀ ਡੈਥ ਹੋ ਗਈ ਸੀ। ਤਾਂ ਉਸ ਤੋਂ ਬਾਅਦ ਜਦੋਂ ਸੰਵਿਧਾਨ ਤੇ ਸਾਈਨ ਕਰਨ ਦੀ ਵਾਰੀ ਆਈ, ਮੈਂਬਰ ਰਹਿ ਗਏ ਸੀ 284, ਜਿਨ੍ਹਾਂ ਦੇ ਵਿੱਚੋਂ 15 ਸੀਗੀਆਂ ਮਹਿਲਾਵਾਂ, ਠੀਕ ਹੈ। ਇਸ ਗੱਲ ਦਾ ਹੁਣ ਤੁਸੀਂ ਧਿਆਨ ਰੱਖਣਾ। ਤਾਂ ਬਹੁਤ ਜਲਦੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਦੂਜੇ ਵਿਸ਼ਵ ਯੁੱਧ ਵਾਲੀ ਸਟੋਰੀ, ਹਜੇ ਵੀ ਇੰਨੀ ਡਿਟੇਲ ਦੇ ਵਿੱਚ ਨਹੀਂ ਦੱਸ ਸਕੀ। ਜਦ ਕਦੇ ਟਾਈਮ ਮਿਲਿਆ ਫਿਰ ਆਪਾਂ ਗੱਲ ਕਰਾਂਗੇ ਇਸ ਤੇ ਵੀ। ਪਰ ਜੇ ਤੁਸੀਂ ਹੋਰ ਡਿਟੇਲ ਦੇ ਵਿੱਚ ਜਾਣਨਾ ਚਾਹੁੰਦੇ ਆ ਤਾਂ ਮੈਂ ਰਿਪਬਲਿਕ ਡੇ ਤੇ ਇੱਕ ਵੀਡੀਓ ਬਣਾਈ ਸੀ, ਉਹ ਰਿਪਬਲਿਕ ਡੇ ਵਾਲੀ ਤੁਸੀਂ ਜ਼ਰੂਰ ਦੇਖ ਲੈਣੀ ਆ। ਉਹਦੇ ਵਿੱਚ ਮੈਂ ਪੂਰਾ ਹੀ ਕਲੀਅਰ ਕੀਤਾ ਹੋਇਆ ਵਾ ਕਿ ਕੀ ਕਦੋਂ ਕੀ ਹੋਇਆ, ਕਿਵੇਂ ਸੰਵਿਧਾਨ ਦੀਆਂ ਬੈਠਕਾਂ ਬਣੀਆਂ, ਠੀਕ ਹੈ। ਸਭ ਕੁਝ ਕਰਾਇਆ ਹੋਇਆ ਉਹਦੇ ਵਿੱਚ ਰਿਪਬਲਿਕ ਡੇ ਤੇ। ਹਾਂਜੀ, ਨੈਕਸਟ ਕੁਐਸਚਨ ਆ, ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ? ਹਾਂਜੀ, ਭਾਰਤੀ ਸੰਵਿਧਾਨ ਸਭਾ ਦੀ ਜਿਹੜੀ ਪਹਿਲੀ ਬੈਠਕ ਆ ਉਹ ਕਦੋਂ ਹੋਈ ਸੀ? ਜਿਹੜੀ ਪਹਿਲੀ ਬੈਠਕ ਹੋਈ ਸੀ ਨਾ ਉਹ ਫਿਰ ਕਦੋਂ ਹੋਈ ਸੀ? 9 ਦਸੰਬਰ 1946 ਨੂੰ ਹੋਈ ਸੀ ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ। ਉਸ ਸਮੇਂ ਇਸ ਦੇ 399 ਮੈਂਬਰ ਸੀ, ਠੀਕ ਹੈ ਜੀ। ਤਾਂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। 9 ਦਸੰਬਰ 1946 ਨੂੰ ਹੋਈ ਸੀ ਭਾਰਤੀ ਸੰਵਿਧਾਨ ਦੀ ਪਹਿਲੀ ਬੈਠਕ। ਤੇ ਜੇ ਆਪਾਂ ਗੱਲ ਕਰੀਏ ਭਾਰਤੀ ਸੰਵਿਧਾਨ ਦੀ ਬੈਠਕ ਦੀ, ਇਸ ਦੇ ਅਸਥਾਈ ਰੂਪ ਦੇ ਵਿੱਚ ਚੇਅਰਮੈਨ ਬਣਾ ਦਿੱਤੇ ਗਏ ਸੀ ਡਾਕਟਰ ਸਚਿਦਾਨੰਦ ਸਿਨਹਾ। ਅਸਥਾਈ ਚੇਅਰਮੈਨ ਸੀ ਇਹ, ਠੀਕ ਹੈ ਜੀ। ਅੱਗੇ ਆ, ਹੇਠ ਲਿਖਿਆਂ ਵਿੱਚੋਂ ਕਿਸ ਨੇ ਸੰਵਿਧਾਨ ਸਭਾ ਦੇ ਅਸਥਾਈ ਪ੍ਰਧਾਨ ਦੇ ਤੌਰ ਤੇ ਕੰਮ ਕੀਤਾ? ਹਾਂਜੀ, ਸੰਵਿਧਾਨ ਸਭਾ ਦੇ ਅਸਥਾਈ ਪ੍ਰਧਾਨ ਦੇ ਤੌਰ ਤੇ ਕੰਮ ਕੀਤਾ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। ਜਲਦੀ ਨਾਲ ਆਨਸਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ। ਪਹਿਲੀ ਜਿਹੜੀ ਮੀਟਿੰਗ ਆ 9 ਦਸੰਬਰ 1946 ਨੂੰ ਹੋਈ ਸੀ। ਇਸ ਦੇ ਅਸਥਾਈ ਚੇਅਰਮੈਨ ਬਣੇ ਸੀ ਡਾਕਟਰ ਸਚਿਦਾਨੰਦ ਸਿਨਹਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, 11 ਦਸੰਬਰ 1946 ਨੂੰ ਸੰਵਿਧਾਨ ਸਭਾ ਨੇ ਡੈਸ਼ ਨੂੰ ਸਥਾਈ ਤੌਰ ਤੇ ਆਪਣਾ ਪ੍ਰਧਾਨ ਚੁਣਿਆ। ਹਾਂਜੀ, ਉਸ ਤੋਂ ਬਾਅਦ ਦੇਖੋ 11 ਦਸੰਬਰ 1946 ਨੂੰ ਦੂਜੀ ਮੀਟਿੰਗ ਹੋਈ ਸੀ, ਜਿਸ ਦੇ ਵਿੱਚ ਕੀ ਸੀ ਕਿ ਅਸਥਾਈ ਤੌਰ ਤੇ ਪ੍ਰਧਾਨ ਬਣਾ ਦਿੱਤੇ ਗਏ ਸੀ। ਕੌਣ ਬਣਾਏ ਗਏ ਸੀ ਸਥਾਈ ਤੌਰ ਤੇ ਪ੍ਰਧਾਨ? ਡਾਕਟਰ ਰਾਜਿੰਦਰ ਪ੍ਰਸਾਦ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ। ਡਾਕਟਰ ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੀ ਦੂਜੀ ਮੀਟਿੰਗ ਜਿਹੜੀ ਕਿ 11 ਦਸੰਬਰ 1946 ਨੂੰ ਹੋਈ ਸੀ, ਇਸ ਦੇ ਸਥਾਈ ਰੂਪ ਦੇ ਵਿੱਚ ਚੇਅਰਮੈਨ ਬਣ ਗਏ ਸੀ ਡਾਕਟਰ ਰਾਜਿੰਦਰ ਪ੍ਰਸਾਦ। ਜਦੋਂ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ, ਲਾਗੂ ਕਰਨ ਦੀ ਵਾਰੀ ਆਈ ਤਾਂ 24, ਤੁਸੀਂ ਯਾਦ ਰੱਖਣਾ 24 ਜਨਵਰੀ 1950 ਨੂੰ, ਠੀਕ ਹੈ, 24 ਜਨਵਰੀ 1950 ਨੂੰ ਸਾਡੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਚੁਣੇ ਗਏ ਸੀਗੇ ਫਿਰ ਡਾਕਟਰ ਰਾਜਿੰਦਰ ਪ੍ਰਸਾਦ, ਠੀਕ ਹੈ। ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ।
ठीक है जी। 24 जनवरी 1950 ਨੂੰ ਹੀ ਆਖਰੀ ਬੈਠਕ ਆ ਜਿਹੜੀ ਸੰਵਿਧਾਨ ਦੀ ਹੋਈ ਸੀ। ਉਸ ਦਿਨ ਸੰਵਿਧਾਨ ਸਭਾ ਦੁਆਰਾ ਡਾਕਟਰ ਰਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਚੁਣੇ ਗਏ ਸੀ। 24 ਜਨਵਰੀ 1950 ਨੂੰ ਸਾਡੇ ਰਾਸ਼ਟਰੀ ਝੰਡੇ ਨੂੰ ਤਿਰੰਗਾ ਝੰਡਾ ਜਿਹੜਾ ਰਾਸ਼ਟਰੀ ਬਣਾਇਆ ਗਿਆ ਸੀ। ਠੀਕ ਹੈ, ਰਾਸ਼ਟਰੀ ਰੂਪ ਦੇ ਵਿੱਚ ਅਪਣਾਇਆ ਗਿਆ ਸੀ। ਇਹ ਵੀ ਤੁਸੀਂ ਯਾਦ ਰੱਖਣਾ। ਆਖਰੀ ਮੀਟਿੰਗ ਜ਼ਰੂਰ ਯਾਦ ਰੱਖਣਾ। ਪਹਿਲੀ ਮੀਟਿੰਗ, ਦੂਜੀ ਮੀਟਿੰਗ, ਤੀਜੀ ਮੀਟਿੰਗ ਤੇ ਆਖਰੀ, ਇਹ ਤਿੰਨ ਤੁਹਾਡੇ ਲਈ ਇੰਪੋਰਟੈਂਟ ਆ। ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ, ਦੂਜੀ 11 ਦਸੰਬਰ 1946 ਨੂੰ ਹੋਈ, ਤੀਜੀ 13 ਦਸੰਬਰ 1946 ਨੂੰ ਹੋਈ ਸੀ। ਇਸ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਦੇਸ਼ ਮਤਾ ਪਾਸ ਕਰਕੇ ਸੰਵਿਧਾਨ ਦਾ ਨੀਂਹ ਪੱਥਰ ਰੱਖਤਾ ਸੀ ਤੀਜੀ ਮੀਟਿੰਗ ਦੇ ਵਿੱਚ। ਤੇ ਆਖਰਲੀ ਮੀਟਿੰਗ ਆ ਜਿਹੜੀ 24 ਜਨਵਰੀ 1950 ਨੂੰ ਹੋਈ ਸੀ। ਠੀਕ ਹੈ ਜੀ। ਅੱਗੇ ਆ ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਕਿਸ ਨੇ ਕੰਮ ਕੀਤਾ? ਹਾਂਜੀ, ਸੰਵਿਧਾਨ ਸਭਾ ਦੀ ਖਰੜਾ ਕਮੇਟੀ ਸੁਣਿਆ ਹੋਣਾ ਤੁਸੀਂ, ਡਰਾਫਟ ਕਮੇਟੀ। ਜਦੋਂ ਸੰਵਿਧਾਨ ਸਭਾ ਤਿਆਰ ਹੋ ਗਈ ਸੀ, ਸੰਵਿਧਾਨ ਸਭਾ ਬਣਾਈ ਗਈ ਸੀ, ਉਹਦੀਆਂ ਕਮੇਟੀਆਂ ਵੀ ਬਣਾ ਦਿੱਤੀਆਂ ਗਈਆਂ ਸੀ। ਠੀਕ ਹੈ, ਤੇ ਜਦੋਂ 399 ਮੈਂਬਰ ਚੁਣੇ ਗਏ ਸੀ ਨਾ, ਇਹਦੀਆਂ ਕਮੇਟੀਆਂ ਬਣੀਆਂ ਸੀ 13 ਕਮੇਟੀਆਂ। ਉਹਨਾਂ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਸੀਗੀ ਡਰਾਫਟ ਕਮੇਟੀ। ਡਰਾਫਟ ਕਮੇਟੀ ਦੇ ਪ੍ਰਧਾਨ ਬਣੇ ਸੀਗੇ ਡਾਕਟਰ ਭੀਮ ਰਾਓ ਅੰਬੇਡਕਰ। ਇਹਨਾਂ ਨੇ ਡਰਾਫਟ ਕਮੇਟੀ ਦੀ ਤਾਂ ਸਾਂਭ ਸੰਭਾਲ ਕੀਤੀ ਹੋਈ, ਮਤਲਬ ਉਹਦੀ ਤਾਂ ਜ਼ਿੰਮੇਵਾਰੀ ਚੱਕੀ ਹੋਈ। ਨਾਲ ਹੀ ਇਹਨਾਂ ਨੇ ਕੀ ਕੀਤਾ ਸੀਗਾ ਕਿ ਹੋਰਾਂ ਜਿਹੜੀਆਂ ਬੈਠਕਾਂ, ਹੋਰ ਕਮੇਟੀਆਂ ਬਣੀਆਂ ਸੀ, ਉਹਨਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਇਹਨਾਂ ਨੇ ਸਭ ਨੂੰ ਦੱਸਿਆ ਕਿ ਕਿੱਥੇ ਕੀ ਸਹੀ ਹੋ ਰਿਹਾ, ਕਿੱਥੇ ਕੀ ਗਲਤ ਹੈ, ਕਿੱਥੇ ਕੀ ਚੇਂਜ ਕਰਨ ਦੀ ਲੋੜ ਆ। ਠੀਕ ਹੈ, ਇਸ ਕਰਕੇ ਇਹਨਾਂ ਦਾ ਮਤਲਬ ਕਿ ਬਹੁਤ ਵੱਡਾ ਯੋਗਦਾਨ ਮੰਨਿਆ ਜਾਂਦਾ ਸਾਡੇ ਸੰਵਿਧਾਨ ਦੇ ਵਿੱਚ। ਤਾਂ ਇਹ ਤੁਸੀਂ ਯਾਦ ਰੱਖਣਾ। ਹੁਣ ਸਭ ਤੋਂ ਜਿਹੜੀ ਮੇਨ ਕਮੇਟੀ ਸੀ ਖਰੜਾ ਕਮੇਟੀ, ਡਰਾਫਟ ਕਮੇਟੀ, ਇਸ ਦੇ ਚੇਅਰਮੈਨ ਸੀ ਡਾਕਟਰ BR ਅੰਬੇਡਕਰ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਭਾਰਤ ਦਾ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਦੁਆਰਾ ਕਿੰਨੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ? ਹਾਂਜੀ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। ਭਾਰਤ ਦਾ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਦੁਆਰਾ 13 ਕਮੇਟੀਆਂ ਦਾ ਗਠਨ ਕੀਤਾ ਗਿਆ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਆ ਜੀ, ਸੰਵਿਧਾਨ ਦੀ ਖਰੜਾ ਕਮੇਟੀ ਵਿੱਚ ਪ੍ਰਧਾਨ ਸਮੇਤ ਕਿੰਨੇ ਮੈਂਬਰ ਸਨ? ਹਾਂਜੀ, ਸੰਵਿਧਾਨ ਦੀ ਖਰੜਾ ਕਮੇਟੀ ਦੇ ਵਿੱਚ ਪ੍ਰਧਾਨ ਸਮੇਤ ਕੁੱਲ ਕਿੰਨੇ ਮੈਂਬਰ ਸਨ? 7 ਮੈਂਬਰ ਸੀਗੇ ਸੰਵਿਧਾਨ ਦੀ ਖਰੜਾ ਕਮੇਟੀ ਦੇ ਵਿੱਚ। ਠੀਕ ਹੈ, ਜਿਹੜੀ ਡਰਾਫਟ ਕਮੇਟੀ। ਪ੍ਰਸ਼ਨ ਅਸੀਂ ਕਰਦੇ ਹਾਂ, ਭਾਰਤੀ ਸੰਵਿਧਾਨ ਨੂੰ ਕਦੋਂ ਅਪਣਾਇਆ ਗਿਆ? ਦੇਖੋ, ਭਾਰਤੀ ਸੰਵਿਧਾਨ ਨੂੰ ਅਪਣਾਇਆ ਗਿਆ, ਭਾਰਤੀ ਸੰਵਿਧਾਨ ਆ ਜਿਹੜਾ, ਕਦੋਂ ਇਸ ਨੂੰ ਅਪਣਾਇਆ ਗਿਆ? ਤਾਂ ਇਸ ਦਾ ਰਾਈਟ ਆਨਸਰ ਹੈ ਜੀ, ਹੁਣ ਲਾਗੂ ਕੀਤਾ ਗਿਆ ਤੇ ਅਪਣਾਇਆ ਗਿਆ, ਦੋਨਾਂ 'ਚ ਬਹੁਤ ਫਰਕ ਆ। ਆਨਸਰ ਤੁਸੀਂ ਧਿਆਨ ਨਾਲ ਦੇਣਾ। ਭਾਰਤੀ ਸੰਵਿਧਾਨ ਨੂੰ ਅਪਣਾਇਆ ਗਿਆ ਸੀ 26 ਨਵੰਬਰ 1949 ਦੇ ਵਿੱਚ। 26 ਨਵੰਬਰ 1949 ਦੇ ਵਿੱਚ ਅਪਣਾਇਆ ਗਿਆ। ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਨੂੰ, ਜਦੋਂ ਅਸੀਂ ਰਿਪਬਲਿਕ ਡੇ ਮਨਾਉਂਦੇ ਹਾਂ। ਠੀਕ ਹੈ, ਅਗਲਾ ਪ੍ਰਸ਼ਨ ਆ ਜੀ, ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ? ਹੁਣ ਤੁਹਾਡੇ ਮਾਈਂਡ ਦੇ ਵਿੱਚ ਆਉਂਦਾ ਹੋਣਾ ਕਿ ਆਪਣਾ 26 ਨਵੰਬਰ 1949 ਨੂੰ ਲਿਆ ਸੀ, ਕਿਉਂਕਿ 26 ਨਵੰਬਰ 1949 ਨੂੰ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ। ਤਾਂ ਫਿਰ 2 ਮਹੀਨੇ ਵੇਟ ਕਿਉਂ ਕੀਤੀ ਗਈ ਇਸ ਨੂੰ ਲਾਗੂ ਕਰਨ ਦੇ ਲਈ? ਤਾਂ ਮੈਂ ਇਸ 'ਤੇ ਵੀਡੀਓ ਬਣਾਈ ਹੋਈ ਆ ਰਿਪਬਲਿਕ ਡੇ ਵਾਲੀ, ਜਿਹੜੀ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਰਿਪਬਲਿਕ ਡੇ, ਅਤੇ ਉਹ ਤੁਸੀਂ ਜ਼ਰੂਰ ਦੇਖਣੀ ਆ, ਰਿਪਬਲਿਕ ਡੇ 2023 ਵਾਲੀ। ਠੀਕ ਹੈ, ਜ਼ਰੂਰ ਦੇਖਣੀ ਆ। ਤਾਂ ਉਸ ਦੇ ਵਿੱਚ ਤੁਹਾਨੂੰ ਸਾਰੇ ਡਾਊਟਸ ਆ ਜਿਹੜੇ ਤੁਹਾਡੇ ਕਲੀਅਰ ਹੋ ਜਾਣਗੇ। ਨਾਲੇ ਮੈਂ ਸਾਰੇ ਦੱਸੇ ਵੀ ਹੋਇਆ ਕਿ ਕਿਹੜੇ ਮੈਂਬਰ ਕੌਣ ਸੀ, ਕੀ ਨਾਮ ਸੀ ਉਹਨਾਂ ਦੇ ਡਿਟੇਲ ਦੇ ਵਿੱਚ। ਤਾਂ ਭਾਰਤੀ ਸੰਵਿਧਾਨ ਲਾਗੂ ਕਦੋਂ ਹੋਇਆ ਸੀ? 26 ਜਨਵਰੀ 1950 ਨੂੰ। ਆਪਸ਼ਨ ਨੰਬਰ ਇੱਥੇ ਏ ਸਾਡੇ ਕੋਲ ਰਾਈਟ ਆਨਸਰ ਹੈ ਜੀ। ਨੈਕਸਟ, ਭਾਰਤੀ ਸੰਵਿਧਾਨ ਵਿੱਚ ਵਰਤਮਾਨ ਵਿੱਚ ਹਨ, ਹਾਂਜੀ ਕੀ ਹਨ ਵਰਤਮਾਨ ਵਿੱਚ? ਆਰਟੀਕਲ, ਪਤਾ ਲੱਗ ਰਿਹਾ ਕਿ ਆਰਟੀਕਲ ਦੀ ਗੱਲ ਹੋਈ ਆ। ਤਾਂ ਭਾਰਤੀ ਸੰਵਿਧਾਨ ਦੇ ਵਿੱਚ ਵਰਤਮਾਨ ਸਮੇਂ ਦੇ ਵਿੱਚ ਕਿੰਨੇ ਆਰਟੀਕਲ ਹਨ? ਤਾਂ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ, ਸੰਵਿਧਾਨ ਦੇ ਭਾਗ ਸੀਗੇ 22, ਭਾਗ ਸੀ 22, ਅਨੁਛੇਦ ਸੀ 395, ਜਾਣੀ ਕਿ ਆਰਟੀਕਲ 395 ਸੀ, ਅਤੇ ਅਨੁਸੂਚੀਆਂ ਸੀ 8। ਹਾਂਜੀ, ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਇਹਦੇ 22 ਭਾਗ ਸੀ, ਅਤੇ ਐਟ ਪ੍ਰੈਜ਼ੈਂਟ ਇਹਦੇ 25 ਭਾਗ। ਆਰਟੀਕਲ ਸੀ 395 ਅਤੇ ਐਟ ਪ੍ਰੈਜ਼ੈਂਟ ਆ 440 ਤੋਂ ਵੀ ਵੱਧ। ਠੀਕ ਹੈ, ਜਾਣੀ ਕਿ 448 ਮੰਨੇ ਜਾਂਦੇ ਆ, ਵੈਸੇ ਤਾਂ ਕਹਿ ਰਹੇ ਆ ਕਿ 448 ਤੋਂ ਵੀ ਵੱਧ ਹੋ ਸਕਦੇ ਆ। ਠੀਕ ਹੈ, ਅਤੇ ਜੇਕਰ ਅਨੁਸੂਚੀਆਂ ਦੀ ਗੱਲ ਕਰੀਏ ਤਾਂ ਅਨੁਸੂਚੀਆਂ ਨੇ 8, ਪਹਿਲਾਂ 8 ਸੀ, ਹੁਣ 12 ਹੋ ਗਈਆਂ ਨੇ। ਠੀਕ ਹੈ, ਐਟ ਪ੍ਰੈਜ਼ੈਂਟ। ਤਾਂ ਹੁਣ ਵਰਤਮਾਨ ਸਮੇਂ ਦੇ ਵਿੱਚ ਆਰਟੀਕਲ ਪੁੱਛਿਆ ਤਾਂ ਕੀ ਹੋਵੇਗਾ? 440 ਤੋਂ ਵੱਧ ਆਰਟੀਕਲ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ,
ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਅਨੁਸੂਚੀਆਂ ਹਨ? ਹਾਂਜੀ, ਭਾਰਤੀ ਸੰਵਿਧਾਨ ਦੇ ਵਿੱਚ ਕਿੰਨੀਆਂ ਅਨੁਸੂਚੀਆਂ ਹਨ? ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ, ਤਾਂ ਤੁਸੀਂ ਆਨਸਰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਹੁਣ ਸੈਂਡ ਕਰਨਾ। ਭਾਰਤੀ ਸੰਵਿਧਾਨ ਦੇ ਵਿੱਚ ਟੋਟਲ 8 ਅਨੁਸੂਚੀਆਂ ਨੇ, ਠੀਕ ਹੈ, ਇਹ ਤੁਸੀਂ ਧਿਆਨ 'ਚ ਰੱਖਣਾ। ਨੈਕਸਟ ਅਸੀਂ ਕਰਦੇ ਹਾਂ ਜੀ, ਭਾਰਤੀ ਸੰਵਿਧਾਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਹਾਂਜੀ, ਭਾਰਤੀ ਸੰਵਿਧਾਨ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ? ਹੁਣ ਦੇਖੋ, ਡਿਪੈਂਡ ਕਰਦਾ ਕਿ ਉਹਨਾਂ ਨੇ ਤੁਹਾਨੂੰ ਕਿਹੜੀਆਂ ਆਪਸ਼ਨ ਦਿੱਤੀਆਂ, ਕਿਉਂਕਿ ਜੇ ਤਾਂ ਉਹ ਵਰਤਮਾਨ ਲਿਖ ਦਿੰਦੇ, ਜੇਕਰ ਸਾਨੂੰ ਆਪਸ਼ਨ 22 ਅਤੇ 25 ਦੋਨੇ ਦਿੱਤੀਆਂ ਹੁੰਦੀਆਂ ਨਾ, ਤਾਂ ਉਹ ਵਰਤਮਾਨ ਜਾਂ ਮੂਲ ਸੰਵਿਧਾਨ ਲਿਖਣਗੇ। ਜੇ ਉਹਨਾਂ ਨੇ ਕੁਛ ਵੀ ਨਹੀਂ ਲਿਖਿਆ ਕਿ ਭਾਰਤੀ ਸੰਵਿਧਾਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ, ਹੁਣ ਸਾਨੂੰ ਕੀ ਪਤਾ ਕਿ ਕਿਹੜੇ ਸਮੇਂ ਦੀ ਗੱਲ ਹੋ ਰਹੀ ਆ, ਪਹਿਲਾਂ ਦੀ ਹੋ ਰਹੀ ਆ ਕਿ ਹੁਣ ਦੀ ਹੋ ਰਹੀ ਆ, ਤਾਂ ਅਸੀਂ ਆਪਸ਼ਨ ਦੇਖ ਕੇ ਆਨਸਰ ਲਗਾਵਾਂਗੇ 22 'ਚ ਵੰਡਿਆ ਗਿਆ, ਠੀਕ ਹੈ। ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਉਦੋਂ ਤਾਂ 22 ਹੋਈ ਸੀ, ਹੁਣ 25 ਹੋ ਗਏ ਆ, ਤਾਂ ਇਹ ਡਿਪੈਂਡ ਕਰਦਾ ਆਪਸ਼ਨ 'ਤੇ, ਜਦੋਂ ਕੁਐਸਚਨ ਦੇ ਵਿੱਚ ਨਾ ਕਲੀਅਰ ਹੋਵੇ ਕੁਛ। ਅੱਗੇ ਆ ਜੀ, ਹੇਠਾਂ ਲਿਖਿਆਂ ਵਿੱਚੋਂ ਕਿਸ ਨੇ ਭਾਰਤੀ ਸੰਵਿਧਾਨ 'ਤੇ ਬਹੁਤ ਚੰਗਾ ਪ੍ਰਭਾਵ ਪਾਇਆ? ਹਾਂਜੀ, ਭਾਰਤੀ ਸੰਵਿਧਾਨ 'ਤੇ ਸਭ ਤੋਂ ਵਧੀਆ ਚੰਗਾ ਪ੍ਰਭਾਵ ਆ ਜਿਹੜਾ, ਉਹ ਕਿਸ ਨੇ ਪਾਇਆ ਸੀ? ਜਿਵੇਂ ਕਿ ਤੁਹਾਨੂੰ ਪਤਾ, ਜਦੋਂ ਸੰਵਿਧਾਨ ਲਾਗੂ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਸਾਡੇ ਕਿਹੜਾ ਨਿਯਮ ਚੱਲ ਰਿਹਾ ਸੀ, ਐਕਟ ਚੱਲ ਰਿਹਾ ਸੀ, 1935 ਚੱਲ ਰਿਹਾ ਸੀ, ਭਾਰਤੀ ਸਰਕਾਰ ਅਧਿਨਿਯਮ 1935। ਤਾਂ ਇਸ ਦਾ ਭਾਰਤੀ ਸੰਵਿਧਾਨ ਦੇ ਵਿੱਚ ਬਹੁਤ ਚੰਗਾ ਪ੍ਰਭਾਵ ਆ, ਠੀਕ ਹੈ। ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ। ਨੈਕਸਟ ਕਰਦੇ ਹਾਂ ਜੀ ਅਸੀਂ, ਭਾਰਤੀ ਸੰਵਿਧਾਨ ਮਾਨਤਾ ਦਿੰਦਾ ਹੈ ਕਿ ਸਾਰੇ ਨਾਗਰਿਕ ਬਰਾਬਰ ਹਨ। ਕਿਹਦੇ ਤੌਰ 'ਤੇ, ਕਿਸ ਤੌਰ 'ਤੇ ਬਰਾਬਰ ਹੈ ਨਾਗਰਿਕ? ਕਾਨੂੰਨੀ ਤੌਰ 'ਤੇ ਆ, ਸੰਸਕ੍ਰਿਤਿਕ ਤੌਰ 'ਤੇ ਆ, ਆਰਥਿਕ ਤੌਰ 'ਤੇ ਆ, ਜਾਂ ਸਮਾਜਿਕ ਤੌਰ 'ਤੇ? ਆਰਥਿਕ ਤੌਰ 'ਤੇ ਤਾਂ ਅਸੀਂ ਸਾਰੇ ਬਰਾਬਰ ਨਹੀਂ ਗੇ, ਕੋਈ ਤਾਂ ਬਹੁਤ ਜ਼ਿਆਦਾ ਅਮੀਰ ਆ, ਕੋਈ ਬਹੁਤ ਜ਼ਿਆਦਾ ਗਰੀਬ ਆ, ਠੀਕ ਹੈ। ਸਮਾਜਿਕ ਤੌਰ 'ਤੇ ਵੀ ਅਸੀਂ ਬਰਾਬਰ ਨਹੀਂ ਗੇ, ਕੋਈ ਕਿਸ ਤਰ੍ਹਾਂ ਦੇ ਸਮਾਜ 'ਚ ਰਹਿ ਰਿਹਾ, ਕੋਈ ਕਿਸ ਤਰ੍ਹਾਂ ਦੇ, ਸੱਭਿਆਚਾਰ ਵੀ ਸਾਡਾ ਬਰਾਬਰ ਨਹੀਂ ਗਾ ਸਭ ਦਾ। ਤਾਂ ਰਾਈਟ ਆਨਸਰ ਹੈ ਕਾਨੂੰਨੀ ਤੌਰ, ਠੀਕ ਹੈ। ਸੰਵਿਧਾਨ, ਭਾਰਤੀ ਸੰਵਿਧਾਨ ਇਹ ਮਾਨਤਾ ਦਿੰਦਾ ਵਾ ਕਿ ਸਾਰੇ ਨਾਗਰਿਕ ਕਾਨੂੰਨੀ ਤੌਰ 'ਤੇ ਬਰਾਬਰ ਹਨ। ਨੈਕਸਟ ਹੈ ਜੀ, ਹੁਣ ਤੱਕ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਕਿੰਨੀ ਵਾਰ ਸੰਸ਼ੋਧਿਤ ਕੀਤਾ ਜਾ ਚੁੱਕਿਆ ਹੈ? ਵੈਰੀ ਵੈਰੀ ਇੰਪੋਰਟੈਂਟ। ਹਾਂਜੀ, ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀ ਪ੍ਰਸਤਾਵਨਾ ਵਾ, ਇਹਨੂੰ ਹੁਣ ਤੱਕ 1 ਵਾਰ ਸੰਸ਼ੋਧਿਤ ਕੀਤਾ ਜਾ ਚੁੱਕਿਆ ਹੈ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ, ਠੀਕ ਹੈ ਜੀ, 1 ਵਾਰ। ਨੈਕਸਟ ਹੈ ਜੀ, ਪ੍ਰਸਤਾਵਨਾ ਵਿੱਚ ਪਹਿਲੀ ਵਾਰ ਸੰਸ਼ੋਧਨ ਕਦੋਂ ਕੀਤਾ ਗਿਆ? ਹਾਂਜੀ, ਪ੍ਰਸਤਾਵਨਾ ਦੇ ਵਿੱਚ ਪਹਿਲੀ ਵਾਰ ਸੰਸ਼ੋਧਨ ਕਦੋਂ ਕੀਤਾ ਗਿਆ ਸੀ? ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ, 42ਵੇਂ ਸੰਸ਼ੋਧਨ ਐਕਟ ਦੁਆਰਾ ਪ੍ਰਸਤਾਵਨਾ ਦੇ ਵਿੱਚ ਪਹਿਲੀ ਵਾਰ ਸੰਸ਼ੋਧਨ ਕੀਤਾ ਗਿਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਭਾਰਤੀ ਸੰਵਿਧਾਨ। ਹਾਂਜੀ, ਭਾਰਤੀ ਸੰਵਿਧਾਨ ਦੇ ਬਾਰੇ ਆਪਾਂ ਇੱਕ ਲਾਈਨ ਪੂਰੀ ਕਰਨੀ ਆ ਜਿਹੜਾ ਇਹਦੇ ਵਿੱਚੋਂ ਲਾਗੂ ਹੁੰਦਾ ਵਾ। ਤਾਂ ਸਭ ਤੋਂ ਪਹਿਲਾਂ ਦੇਖੋ, ਭਾਰਤੀ ਸੰਵਿਧਾਨ ਦੇ ਵਿੱਚ ਇਕਹਿਰੀ ਨਾਗਰਿਕਤਾ ਪ੍ਰਦਾਨ ਕਰਦਾ ਹੈ। ਹਾਂਜੀ, ਭਾਰਤੀ ਸੰਵਿਧਾਨ ਬਿਲਕੁਲ ਇਕਹਿਰੀ ਨਾਗਰਿਕਤਾ ਹੀ ਪ੍ਰਦਾਨ ਕਰਦਾ, ਜਿਹੜੀ ਅਸੀਂ ਬ੍ਰਿਟੇਨ ਤੋਂ ਅਡੋਪਟ ਕੀਤੀ ਆ, ਬ੍ਰਿਟੇਨ ਤੋਂ ਲਈ ਆ ਅਸੀਂ ਇਕਹਿਰੀ ਨਾਗਰਿਕਤਾ, ਠੀਕ ਹੈ। ਅਮਰੀਕਾ ਦੇ ਵਿੱਚ ਦੋਹਰੀ ਨਾਗਰਿਕਤਾ, ਪਰ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਇਕਹਿਰੀ ਨਾਗਰਿਕਤਾ ਹੈ। ਫਿਰ ਦੋਹਰੀ ਨਾਗਰਿਕਤਾ ਪ੍ਰਦਾਨ ਕਰਦਾ, ਇਹ ਗਲਤ ਆ, ਕਿਉਂਕਿ ਦੋਹਰੀ ਨਾਗਰਿਕਤਾ ਅਸੀਂ ਅਮਰੀਕਾ ਤੋਂ ਨਹੀਂ ਲਈ, ਅਸੀਂ ਬ੍ਰਿਟੇਨ ਤੋਂ ਲਈ ਆ, ਬ੍ਰਿਟੇਨ ਦੇ ਵਿੱਚ ਇਕਹਿਰੀ ਨਾਗਰਿਕਤਾ। ਫਿਰ ਭਾਰਤੀ ਸੰਵਿਧਾਨ ਵਿੱਚ ਨਾਗਰਿਕਤਾ ਦੇ ਬਾਰੇ ਕੋਈ ਪ੍ਰਾਵਧਾਨ ਨਹੀਂ ਹੈ, ਤਾਂ ਇਹ ਵੀ ਗਲਤ ਹੈ। ਬਹੁ ਨਾਗਰਿਕਤਾ ਪ੍ਰਦਾਨ ਕਰਦਾ ਹੈ, ਇਹ ਵੀ ਗਲਤ ਹੈ, ਠੀਕ ਹੈ। ਇਕਹਿਰੀ ਨਾਗਰਿਕਤਾ ਹੈ। ਅੱਗੇ ਆ ਜੀ, ਭਾਰਤੀ ਸੰਵਿਧਾਨ ਦੇ ਅਧੀਨ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ? ਹਾਂਜੀ, ਭਾਰਤੀ ਸੰਵਿਧਾਨ ਦੇ ਅਧੀਨ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ, ਉਹ ਹੁੰਦੀ ਹੈ ਜੀ ਉੱਚ ਅਦਾਲਤਾਂ ਦੀ ਅਤੇ ਸਰਵਉੱਚ ਅਦਾਲਤਾਂ ਦੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ ਕਿ ਏ ਅਤੇ ਸੀ ਦੋਵਾਂ ਦੀ। ਅਗਲਾ ਪ੍ਰਸ਼ਨ, ਸੰਵਿਧਾਨ ਨੇ ਸੰਘੀ ਸਰਕਾਰ ਦੀ ਕਾਰਜਕਾਰੀ ਸ਼ਕਤੀ ਵਿੱਚ ਨਿਹਿਤ ਕੀਤੀ ਹੈ। ਹਾਂਜੀ, ਸੰਵਿਧਾਨ ਨੇ ਸੰਘੀ ਸਰਕਾਰ ਦੀ ਕਾਰਜਕਾਰੀ ਸ਼ਕਤੀ ਵਿੱਚ ਡੈਸ਼ ਨਿਹਿਤ ਕੀਤੀ ਹੈ। ਕੀ ਕੀਤੀ ਹੈ ਜੀ? ਤਾਂ ਰਾਸ਼ਟਰਪਤੀ, ਜਿਹੜਾ ਸੰਵਿਧਾਨ ਆ ਉਸਨੇ ਸੰਘੀ ਸਰਕਾਰ ਦੀ ਕਾਰਜਕਾਰੀ ਸ਼ਕਤੀ ਰਾਸ਼ਟਰਪਤੀ ਦੇ ਵਿੱਚ ਨਿਹਿਤ ਕੀਤੀ ਹੈ, ਠੀਕ ਹੈ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਹੁਣ ਕਥਨ ਸਹੀ ਨਹੀਂ ਹੈ ਪੁੱਛਿਆ, ਤਾਂ ਰੀਡ ਕਰ ਲੈਂਦੇ ਹਾਂ। ਮੁੱਢਲੇ ਅਧਿਕਾਰ ਸੰਵਿਧਾਨ ਦੀ ਚੇਤਨਤਾ ਹਨ, ਬਿਲਕੁਲ ਠੀਕ ਹੈ। ਮੁੱਢਲੇ ਅਧਿਕਾਰ ਆ ਜਿਹੜੇ, ਮੌਲਿਕ ਅਧਿਕਾਰ ਆ ਜਿਹੜੇ, ਉਹ ਸੰਵਿਧਾਨ ਦੀ ਇੱਕ ਤਰ੍ਹਾਂ ਨਾਲ ਆਤਮਾ ਮੰਨੇ ਜਾਂਦੇ ਆ, ਠੀਕ ਹੈ। ਤਾਂ ਅੱਗੇ ਕਰਦੇ ਹਾਂ ਜੀ, ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਸਰਕਾਰ ਨੂੰ ਦਿਸ਼ਾ ਦਿੰਦੇ ਆ। ਹਾਂਜੀ, ਬਿਲਕੁਲ ਦਿੰਦੇ ਆ, ਤਾਂ ਇਹ ਸਹੀ ਆ। ਉਹਨਾਂ ਨੇ ਪੁੱਛਿਆ ਸਹੀ ਨਹੀਂ,
ਧਰਮ ਨਿਰਪੇਖਤਾ ਇੱਕ ਸਿਧਾਂਤ ਆ ਜਿਹੜਾ ਰਾਜ ਧਰਮ ਦੀ ਆਗਿਆ ਨਹੀਂ ਦਿੰਦਾ। ਹਾਂਜੀ, ਧਰਮ ਨਿਰਪੇਖਤਾ ਇੱਕ ਸਿਧਾਂਤ ਆ ਕਿ ਇਹ ਧਰਮ ਦੀ ਆਗਿਆ ਨਹੀਂ ਦਿੰਦਾ। ਰਾਜ ਆ ਜਿਹੜਾ ਉਹ ਧਰਮ ਦੀ ਆਗਿਆ ਨਹੀਂ ਦਿੰਦਾ, ਕੋਈ ਵੀ ਰਾਜ ਧਰਮ ਦੀ ਆਗਿਆ ਨਹੀਂ ਦਿੰਦਾ। ਤਾਂ ਇਹ ਵੀ ਬਿਲਕੁਲ ਠੀਕ ਹੈ। ਠੀਕ ਹੈ, ਤਾਂ ਅੱਗੇ ਸੰਘਵਾਦ ਕੇਂਦਰ ਅਤੇ ਰਾਜ ਸਰਕਾਰਾਂ ਦੇ ਰੁਤਬੇ ਵਿੱਚ ਸਮਾਨਤਾ ਨਾਲ ਸੰਬੰਧਿਤ ਹੈ। ਜੀ ਇਹ ਗਲਤ ਆ ਕਿ ਜਿਹੜਾ ਸੰਘਵਾਦ ਆ ਉਹ ਕੇਂਦਰ ਅਤੇ ਰਾਜਾਂ ਦੇ ਸਰਕਾਰਾਂ ਦੇ ਰੁਤਬੇ ਵਿੱਚ ਸਮਾਨਤਾ ਨਾਲ ਸੰਬੰਧਿਤ ਹੈ, ਨਹੀਂ ਗੀ ਸਮਾਨਤਾ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਵਿੱਚ ਤਾਂ ਬਹੁਤ ਫਰਕ ਆ ਨਾ। ਤਾਂ ਆਪਸ਼ਨ ਨੰਬਰ ਡੀ ਹੀ ਇਸ ਦਾ ਰਾਈਟ ਆਂਸਰ ਹੈ ਕਿ ਇਹ ਸਹੀ ਨਹੀਂ ਗਾ। ਠੀਕ ਹੈ ਜੀ, ਨੈਕਸਟ ਹੈ ਸੰਵਿਧਾਨ ਨਿਰਮਾਤਾਵਾਂ ਨੇ ਨਿਆਇਕ ਪੁਨਰ ਵਿਚਾਰ ਦਾ ਵਿਚਾਰ ਡੈਸ਼ ਦੇ ਸੰਵਿਧਾਨ ਤੋਂ ਲਿਆ ਹੈ। ਦੇਖੋ ਸੰਵਿਧਾਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੂਜੇ ਦੇਸ਼ਾਂ ਤੋਂ ਅਡੋਪਟ ਕੀਤੀਆਂ ਨੇ, ਐਜ਼ ਇਟ ਇਜ਼ ਹੀ ਚੱਕੀਆਂ ਨੇ। ਠੀਕ ਹੈ, ਉਹਨਾਂ ਤੋਂ। ਤਾਂ ਇਹ ਜਿਹੜਾ ਸਾਰਾ ਕੰਮ ਆ ਵਿਦੇਸ਼ੀ ਸੰਵਿਧਾਨ ਆ ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਕਿਹਨੇ ਇਕੱਠਾ ਕੀਤਾ? VN ਰਾਓ ਨੇ। VN ਰਾਓ ਸਾਡੇ ਸੰਵਿਧਾਨ ਦੇ ਸੰਵਿਧਾਨਕ ਸਲਾਹਕਾਰ ਸੀ। ਉਹਨਾਂ ਨੇ ਵਿਦੇਸ਼ੀ ਸੰਵਿਧਾਨ ਦਾ ਅਧਿਐਨ ਕੀਤਾ, ਜਿਹੜੇ ਦੇਸ਼ ਦਾ ਸੰਵਿਧਾਨ ਚੰਗਾ ਲੱਗਿਆ ਉਹ ਸਾਡੇ ਸੰਵਿਧਾਨ 'ਚ ਐਡ ਕੀਤਾ। ਠੀਕ ਹੈ, ਤਾਂ ਹੁਣ ਸੰਵਿਧਾਨ ਨਿਰਮਾਤਾਵਾਂ ਨੇ ਨਿਆਇਕ ਪੁਨਰ ਵਿਚਾਰ ਦਾ ਜਿਹੜਾ ਵਿਚਾਰ ਆ ਉਹ ਅਮਰੀਕਾ ਦੇ ਸੰਵਿਧਾਨ ਤੋਂ ਲਿਆ ਸੀ ਕਿ ਨਿਆਇਕ ਨਿਆਂ ਦੇ ਵਿੱਚ ਜਿਹੜਾ ਪੁਨਰ ਵਿਚਾਰ ਆ ਉਹ ਲਿਆ ਜਾ ਸਕਦਾ ਵਾ। ਇਹ ਅਮਰੀਕਾ ਦੇ ਸੰਵਿਧਾਨ ਤੋਂ ਅਸੀਂ ਅਡੋਪਟ ਕੀਤਾ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਵੈਰੀ ਵੈਰੀ ਇੰਪੋਰਟੈਂਟ। ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਮਰੀਕਾ ਤੋਂ ਅਸੀਂ ਕੀ ਕੀ ਚੀਜ਼ਾਂ ਲਈਆਂ ਨੇ। ਠੀਕ ਹੈ, ਹੋਰ ਵੀ ਤਾਂ ਆ ਹੀ ਸਕਦਾ, ਕੁਛ ਜ਼ਰੂਰੀ ਥੋੜ੍ਹੀ ਹੈ ਇੱਥੇ ਤਾਂ ਤੁਹਾਨੂੰ ਪੁਨਰ ਵਿਚਾਰ ਹੀ ਆਵੇ। ਅਮਰੀਕਾ ਤੋਂ ਅਸੀਂ ਪ੍ਰਸਤਾਵਨਾ ਲਈ ਆ, ਮੂਲ ਅਧਿਕਾਰ ਲਏ ਆ, ਸੁਪਰੀਮ ਕੋਰਟ ਸੰਬੰਧੀ ਜਾਣਕਾਰੀ ਲਈ ਆ, ਨਿਆਇਕ ਸਮੀਖਿਆ ਜਾਣਕਾਰੀ ਲਈ ਆ, ਰਾਸ਼ਟਰਪਤੀ ਦੀਆਂ ਸ਼ਕਤੀਆਂ ਅਤੇ ਕੰਮਾਂ ਦੀ ਜਾਣਕਾਰੀ ਲਈ ਆ, ਉਪ ਰਾਸ਼ਟਰਪਤੀ ਦਾ ਆਉਂਦਾ ਅਸੀਂ ਅਮਰੀਕਾ ਤੋਂ ਲਿਆ, ਸੰਸ਼ੋਧਨ ਪ੍ਰਣਾਲੀ ਅਸੀਂ ਅਮਰੀਕਾ ਤੋਂ ਲਈ ਆ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਅੱਗੇ ਆ ਜੀ, ਭਾਰਤੀ ਸੰਵਿਧਾਨ ਭਾਰਤ ਦਾ ਡੈਸ਼ ਦੇ ਰੂਪ ਵਿੱਚ ਵਰਣਨ ਕਰਦਾ ਹੈ। ਹਾਂਜੀ, ਭਾਰਤੀ ਸੰਵਿਧਾਨ ਆ ਜਿਹੜਾ ਉਹ ਭਾਰਤ ਦਾ ਕਿਸ ਦੇ ਰੂਪ ਵਿੱਚ ਵਰਣਨ ਕਰਦਾ ਹੈ? ਭਾਰਤ ਤੁਹਾਨੂੰ ਪਤਾ ਹੈ ਇੱਕ ਰਾਜਾਂ ਦਾ ਸੰਘ ਆ। ਠੀਕ ਹੈ, ਤਾਂ ਭਾਰਤੀ ਸੰਵਿਧਾਨ ਭਾਰਤ ਦਾ ਰਾਜਾਂ ਦੇ ਇੱਕ ਸੰਘ ਦੇ ਵਿੱਚ ਵਰਣਨ ਕਰਦਾ ਹੈ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਹਾਂਜੀ, ਅਗਲਾ ਪ੍ਰਸ਼ਨ, ਭਾਰਤ ਵਿੱਚ ਰਾਜਨੀਤਿਕ ਸ਼ਕਤੀ ਦਾ ਮੁੱਖ ਸਾਧਨ ਕੀ ਹੈ? ਹਾਂਜੀ, ਭਾਰਤ ਦੇ ਵਿੱਚ ਜਿਹੜਾ ਰਾਜਨੀਤਿਕ ਸ਼ਕਤੀ ਆ ਉਸ ਦਾ ਮੁੱਖ ਸਾਧਨ ਆ ਲੋਕ। ਠੀਕ ਹੈ, ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ, ਲੋਕ। ਨੈਕਸਟ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਸਮਵਰਤੀ ਸੂਚੀ ਵਿੱਚ ਸ਼ਾਮਿਲ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਸਮਵਰਤੀ ਸੂਚੀ ਦੇ ਵਿੱਚ ਸ਼ਾਮਿਲ ਹੈ? ਤਾਂ ਸਭ ਤੋਂ ਪਹਿਲਾਂ ਅਸੀਂ ਪੜ੍ਹ ਲੈਂਦੇ ਹਾਂ, ਜਨਸੰਖਿਆ ਨਿਰੰਤਰਣ ਅਤੇ ਪਰਿਵਾਰ ਨਿਯੋਜਨ। ਜਨਸੰਖਿਆ ਨਿਰੰਤਰਣ ਅਤੇ ਪਰਿਵਾਰ ਨਿਯੋਜਨ ਆ ਜਿਹੜਾ ਇਹ ਸੰਵਿਧਾਨ ਸਮਵਰਤੀ ਸੂਚੀ ਦੇ ਵਿੱਚ ਸ਼ਾਮਿਲ ਹੈ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਹੈ। ਠੀਕ ਹੈ, ਅੱਗੇ ਆ ਜੀ, ਨੈਕਸਟ ਅਸੀਂ ਕਰਦੇ ਹਾਂ, ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ ਵਿੱਚ ਡੈਸ਼ ਵਿੱਚ ਸੂਚੀਬੱਧ ਕੀਤੀਆਂ ਗਈਆਂ ਹਨ। ਹਾਂਜੀ, ਜਿਹੜਾ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ ਨੇ ਜਿਹੜੀਆਂ ਉਹ ਕਿਹਦੇ ਵਿੱਚ ਸੂਚੀਬੱਧ ਕੀਤੀਆਂ ਗਈਆਂ? ਦੇਖੋ, ਇਹ ਤਾਂ ਸਿਰਫ ਤੁਹਾਨੂੰ ਘੁਮਾ ਫਿਰਾ ਕੇ ਲਿਖਿਆ ਗਿਆ। ਜਿਹੜੀਆਂ ਸੰਵਿਧਾਨ ਦੀ ਵਿੱਚ ਅਸੀਂ ਭਾਸ਼ਾਵਾਂ ਦੀ ਗੱਲ ਕਰੀਏ ਨਾ, ਉਹ ਸਾਨੂੰ 8ਵੀਂ ਅਨੁਸੂਚੀ ਦੇ ਵਿੱਚ ਜਾਣਕਾਰੀ ਮਿਲਦੀ ਹੈ ਸਾਰੀ। ਜਦੋਂ ਵੀ ਭਾਸ਼ਾਵਾਂ ਦੀ ਗੱਲ ਹੋ ਗਈ ਤਾਂ ਤੁਸੀਂ 8ਵੀਂ ਅਨੁਸੂਚੀ ਲਾ ਦੇਣਾ, ਤਾਂ ਉੱਥੇ ਆਂਸਰ ਸਹੀ ਹੋਊਗਾ ਸਾਡਾ। ਆਪਸ਼ਨ ਡੀ ਰਾਈਟ ਆਂਸਰ ਹੈ। ਠੀਕ ਹੈ, ਹੁਣ ਵੀ ਤਾਂ ਭਾਸ਼ਾਵਾਂ ਦੀ ਗੱਲ ਹੋਈ ਹੈ ਨਾ। ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ 8ਵੀਂ ਅਨੁਸੂਚੀ ਦੇ ਵਿੱਚ ਸੂਚੀਬੱਧ ਕੀਤੀਆਂ ਗਈਆਂ ਹਨ। ਨੈਕਸਟ ਹੈ ਜੀ, 21ਵੇਂ ਸੰਸ਼ੋਧਨ ਦੁਆਰਾ। ਹਾਂਜੀ, 21ਵੇਂ ਸੰਸ਼ੋਧਨ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜੀ 21ਵੇਂ ਸੰਸ਼ੋਧਨ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜੀ ਭਾਸ਼ਾ ਨੂੰ ਖੇਤਰੀ ਭਾਸ਼ਾਵਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ? ਹਾਂਜੀ, ਜਿਹੜਾ 21ਵੇਂ ਸੰਸ਼ੋਧਨ ਦੁਆਰਾ ਇਹਨਾਂ ਦੇ ਵਿੱਚੋਂ ਕਿਹੜੀ ਭਾਸ਼ਾ ਵਾ ਜਿਸ ਨੂੰ ਖੇਤਰੀ ਭਾਸ਼ਾਵਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ? ਤਾਂ ਸਿੰਧ ਨੂੰ ਕੀਤਾ ਗਿਆ ਸੀ, ਸਿੰਧੀ ਨੂੰ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਹੈ। ਨੈਕਸਟ ਅਸੀਂ ਕਰਦੇ ਹਾਂ ਜੀ, ਭਾਵੇਂ ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ, ਫਿਰ ਵੀ ਅੰਗਰੇਜ਼ੀ ਨੂੰ ਸਨ ਡੈਸ਼ ਤੱਕ ਦਫ਼ਤਰੀ ਉਦੇਸ਼ਾਂ ਲਈ ਵਰਤਣ ਦੀ ਆਗਿਆ ਦਿੱਤੀ ਗਈ ਹੈ। ਹਾਂਜੀ, ਭਾਵੇਂ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਆ, ਪਰ ਫਿਰ ਵੀ ਅੰਗਰੇਜ਼ੀ ਨੂੰ ਦਫ਼ਤਰੀ ਕੰਮਾਂ ਲਈ ਵਰਤਿਆ ਜਾਂਦਾ। ਅਤੇ ਇਸ ਨੂੰ ਵਰਤਣ ਦੀ ਆਗਿਆ ਕਦੋਂ ਤੱਕ ਦਿੱਤੀ ਗਈ ਆ? ਤਾਂ ਇਸ ਨੂੰ ਵਰਤਣ ਦੀ ਆਗਿਆ ਅਨਿਸ਼ਚਿਤ ਕਾਲ ਤੱਕ ਦਿੱਤੀ ਗਈ ਆ, ਕਿਉਂਕਿ ਅੰਗਰੇਜ਼ੀ ਆ ਜਿਹੜੀ ਉਹ ਸਾਡੀ ਕੀ ਆ,
ਅੰਤਰਰਾਸ਼ਟਰੀ ਭਾਸ਼ਾਵਾਂ ਜਾਣੀ ਕਿ ਵਪਾਰ ਕਰਨ ਦੇ ਮਾਮਲੇ ਦੇ ਵਿੱਚ ਵੀ ਸਾਨੂੰ ਲੋੜ ਪੈਂਦੀ ਆ, ਕਿਉਂਕਿ ਅਸੀਂ ਵਪਾਰ ਕਰਦੇ ਹਾਂ, ਨਿਰਯਾਤ ਕਰਦੇ ਹਾਂ, ਆਯਾਤ ਕਰਦੇ ਹਾਂ ਇੱਕ ਤੋਂ ਦੂਜੇ ਦੇਸ਼ਾਂ ਦੇ ਨਾਲ, ਜਿਸ ਦੇ ਵਿੱਚ ਆਪਸ 'ਚ ਕਮਿਊਨੀਕੇਟ ਕਰਨ ਦੇ ਲਈ ਇੱਕ ਲੈਂਗੁਏਜ ਦੀ ਲੋੜ ਪੈਂਦੀ ਆ, ਜਿਸ ਨੂੰ ਸਰਬ ਸਾਂਝੀ ਮੰਨਿਆ ਜਾਂਦਾ। ਉਹ ਸਾਡੀ ਲੈਂਗੁਏਜ ਅੰਗਰੇਜ਼ੀ ਆ। ਠੀਕ ਹੈ, ਹਿੰਦੀ ਸਾਡੀ ਰਾਸ਼ਟਰੀ ਆ, ਪੰਜਾਬੀ ਸਾਡੀ ਸਟੇਟ ਲੈਂਗੁਏਜ ਆ। ਤਾਂ ਇਸ ਕਰਕੇ ਅਨਿਸ਼ਚਿਤ ਕਾਲ ਤੱਕ ਆ ਕਿ ਅਸੀਂ ਅੰਗਰੇਜ਼ੀ ਆ ਜਿਹੜੀ ਉਹ ਵਰਤ ਸਕਦੇ ਹਾਂ। ਅੱਗੇ ਆ ਜੀ, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਡੈਸ਼ ਦੇਸ਼ ਤੋਂ ਲਏ ਗਏ ਹਨ। ਹਾਂਜੀ, ਜਿਹੜੀ ਰਾਜ ਦੇ ਨਿਰਦੇਸ਼ਕ ਸਿਧਾਂਤ ਆ ਇਹ ਅਸੀਂ ਕਿਹਦੇ ਤੋਂ ਲਏ ਆ? ਰਾਜਾਂ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਅਤੇ ਰਾਜ ਸਭਾ ਅਸੀਂ ਆਇਰਲੈਂਡ ਤੋਂ ਲਈ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ ਜੀ, ਆਇਰਲੈਂਡ। ਅਗਲਾ ਪ੍ਰਸ਼ਨ, ਸੰਵਿਧਾਨ ਦੇ ਕਿਹੜੇ ਅਧਿਕਾਰ ਨੂੰ ਡਾਕਟਰ ਅੰਬੇਡਕਰ ਨੇ ਸੰਵਿਧਾਨ ਦਾ ਦਿਲ ਅਤੇ ਰੂਹ ਕਿਹਾ? ਵੈਰੀ ਇੰਪੋਰਟੈਂਟ। ਹਾਂਜੀ, ਸੰਵਿਧਾਨ ਦਾ ਕਿਹੜਾ ਅਧਿਕਾਰ ਆ ਜਿਸ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਦਾ ਦਿਲ ਅਤੇ ਰੂਹ ਕਿਹਾ? ਦਿਲ ਆ ਇੱਥੇ, ਠੀਕ ਹੈ, ਦਿਲ ਅਤੇ ਰੂਹ ਕਿਹਾ। ਤਾਂ ਇਹ ਹੈਗਾ ਜੀ ਅਧਿਕਾਰ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਵੈਸੇ ਤਾਂ ਸੰਵਿਧਾਨ ਦੀ ਆਤਮਾ ਪ੍ਰਸਤਾਵਨਾ ਨੂੰ ਵੀ ਕਿਹਾ ਗਿਆ, ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਦੀ ਅੰਤਰ-ਆਤਮਾ ਕਿਹਾ ਗਿਆ। ਠੀਕ ਹੈ, ਤੇ ਸੰਵਿਧਾਨ ਦਾ ਦਿਲ ਅਤੇ ਰੂਹ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਨੂੰ ਕਿਹਾ ਗਿਆ। ਇਹ ਤੁਸੀਂ ਯਾਦ ਰੱਖਣਾ, ਵੈਰੀ ਇੰਪੋਰਟੈਂਟ। ਅੱਗੇ ਅਸੀਂ ਗੱਲ ਕਰਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਅਨੁਛੇਦ ਘੱਟ ਗਿਣਤੀ ਦੇ ਹਿੱਤਾਂ ਦੀ ਰੱਖਿਆ ਦਾ ਮਸਲਾ ਸਾਹਮਣੇ ਲਿਆਉਂਦਾ ਹੈ? ਹਾਂਜੀ, ਘੱਟ ਗਿਣਤੀ ਦੇ ਹਿੱਤਾਂ ਦੀ ਰੱਖਿਆ ਦਾ ਮਸਲਾ ਸਾਹਮਣੇ ਲਿਆਉਂਦਾ ਹੈ ਅਨੁਛੇਦ 32। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਨੁਛੇਦ 32 ਆ ਜਿਹੜਾ ਇਹ ਕੀ ਕਰਦਾ ਵਾ? ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਦਾ ਜਿਹੜਾ ਮਸਲਾ ਵਾ ਉਹ ਸਾਹਮਣੇ ਲਿਆਉਂਦਾ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਕਿਹੜਾ ਅਨੁਛੇਦ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਵਧਾਉਣ ਨਾਲ ਸੰਬੰਧਿਤ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਅਨੁਛੇਦ 48A ਜਾਣੀ ਕਿ 48A ਆ ਜਿਹੜਾ 48A। ਠੀਕ ਹੈ, ਇਹ ਅਨੁਛੇਦ ਇੱਦਾਂ ਦਾ ਵਾ ਜਿਹੜਾ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਵਧਾਉਣ ਦੇ ਨਾਲ ਸੰਬੰਧਿਤ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, 1935 ਅਤੇ 1950 ਸੰਸ਼ੋਧਨ ਦੀ ਇੱਕ ਮੇਲ ਖਾਂਦੀ ਕਿਹੜੀ ਚੀਜ਼ ਹੈ? ਹਾਂਜੀ, 1935 ਤੇ 1950 ਸੰਸ਼ੋਧਨ ਦੇ ਵਿੱਚੋਂ ਇੱਕ ਚੀਜ਼ ਸੇਮ ਮੈਚ ਕਰਦੀ ਆ 1935 ਤੇ 50 ਦੇ ਨਾਲ ਰਿਲੇਟਿਡ। ਇਹ ਕਿਹੜੀ ਆ? ਦੇਖੋ, ਸਭ ਤੋਂ ਪਹਿਲਾਂ ਅਸੀਂ ਪੜ੍ਹ ਲੈਂਦੇ ਹਾਂ। ਦੋਨਾਂ ਕੋਲ ਸੰਸਦ ਦੀਆਂ ਸੀਮਤ ਸ਼ਕਤੀਆਂ ਹਨ, ਇਹ ਨਹੀਂ ਗੀ। ਦੋਨੋਂ ਹੀ ਬਾਲਿਗਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦੇ ਆ, ਨਹੀਂ। ਦੋਵੇਂ ਹੀ ਭਾਰਤ ਨੂੰ ਲੋਕਤੰਤਰਿਕ ਬਣਾਉਂਦੇ ਆ, ਇਹ ਬਿਲਕੁਲ ਠੀਕ ਆ। 1935 ਤੇ 1950 ਦੇ ਅਕੋਰਡਿੰਗ ਦੋਵੇਂ ਹੀ ਭਾਰਤ ਨੂੰ ਲੋਕਤੰਤਰਿਕ ਬਣਾਉਂਦੇ ਆ। ਅਗਲਾ ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਦੇ ਤੀਜੇ ਭਾਗ ਅਨੁਸਾਰ ਹੇਠਾਂ ਲਿਖਿਆਂ ਵਿੱਚੋਂ ਕੌਣ ਅਲਪ ਸੰਖਿਅਕ ਵਰਗ ਕਿਵੇਂ ਜਾਣੇ ਜਾਂਦੇ ਹਨ? ਹਾਂਜੀ, ਭਾਰਤੀ ਸੰਵਿਧਾਨ ਦੇ ਭਾਗ ਤੀਜੇ ਦੇ ਅਨੁਸਾਰ ਕੌਣ ਅਲਪ ਸੰਖਿਅਕ ਵਰਗ ਕਿਵੇਂ ਜਾਣੇ ਜਾਂਦੇ ਹਨ? ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਠੀਕ ਹੈ, ਕਿਉਂਕਿ ਜਿਹੜੇ ਭਾਰਤੀ ਸੰਵਿਧਾਨ ਦਾ ਤੀਜਾ ਭਾਗ ਆ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਆ। ਤਾਂ ਮੌਲਿਕ ਸੰਵਿਧਾਨ, ਇਹ ਸਾਨੂੰ ਥੋੜ੍ਹਾ ਜਿਹਾ ਮਤਲਬ ਕਿ ਸੋਚ ਕੇ ਲਾਉਣਾ ਪੈਣਾ ਆਨਸਰ ਕਿ ਮੌਲਿਕ ਸੰਵਿਧਾਨ ਆ ਜਿਹੜੇ ਉਹਨਾਂ ਦੇ ਵਿੱਚ ਕੌਣ ਅਲਪ ਸੰਖਿਅਕ ਵਰਗ ਆ ਜਿਹੜੇ ਕਿਵੇਂ ਜਾਣੇ ਜਾਂਦੇ ਹਨ, ਇਹਨਾਂ ਦਾ ਕੋਈ ਮੀਨਿੰਗ ਨਹੀਂ। ਦੇਖੋ, ਮੌਲਿਕ ਅਧਿਕਾਰ ਕਿੰਨੇ ਆ ਸਾਡੇ ਜਿਹੜੇ ਭਾਗ 3 ਦੇ ਵਿੱਚ ਦਰਜ ਆ? 7, ਪਹਿਲਾਂ 7 ਸੀ, ਐਟ ਪ੍ਰੈਜ਼ੈਂਟ 6 ਆ। ਸੋਧ 44 1978 ਦੁਆਰਾ ਰਾਈਟ ਟੂ ਪ੍ਰੋਪਰਟੀ ਨੂੰ ਰਿਮੂਵ ਕਰਕੇ ਰਾਈਟ ਟੂ ਪ੍ਰੋਪਰਟੀ ਇੱਕ ਲੀਗਲ ਰਾਈਟ ਬਣਾ ਦਿੱਤਾ ਗਿਆ, ਜੋ ਆਰਟੀਕਲ 300A ਦੇ ਵਿੱਚ ਦਰਜ ਕਰ ਦਿੱਤਾ ਗਿਆ। ਠੀਕ ਹੈ, ਤੇ ਆਰਟੀਕਲ 12 ਤੋਂ 35 ਤੱਕ ਆ ਜਿਹੜੇ ਇਹ ਸਾਡੇ ਕੋਲ ਮੌਲਿਕ ਅਧਿਕਾਰ ਆ ਜਿਹੜੇ ਕਿ ਭਾਗ 3 ਦੇ ਵਿੱਚ ਦਰਜ ਆ। ਠੀਕ ਹੈ ਜੀ, 14 ਤੋਂ 18 ਸਮਾਨਤਾ ਦਾ ਅਧਿਕਾਰ ਆ। ਆਰਟੀਕਲ 19 ਤੋਂ 22 ਸੁਤੰਤਰਤਾ ਦੇ ਅਧਿਕਾਰ ਨਾਲ ਸੰਬੰਧਿਤ ਆ। ਠੀਕ ਹੈ, ਉਸ ਤੋਂ ਬਾਅਦ ਆਰਟੀਕਲ 23 ਤੋਂ 24 ਸ਼ੋਸ਼ਣ ਵਿਰੋਧ ਅਧਿਕਾਰ ਆ। ਆਰਟੀਕਲ 25 ਤੋਂ 28 ਧਾਰਮਿਕ ਸੁਤੰਤਰਤਾ ਦੇ ਅਧਿਕਾਰ ਨਾਲ ਸੰਬੰਧਿਤ ਆ। ਆਰਟੀਕਲ 29 ਤੋਂ 30 ਸੱਭਿਆਚਾਰ ਅਤੇ ਸਿੱਖਿਆ ਦੇ ਨਾਲ ਸੰਬੰਧਿਤ ਆ। ਆਰਟੀਕਲ 32 ਤੋਂ 35 ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਨਾਲ ਸੰਬੰਧਿਤ ਆ। ਇਹ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ,
71वें संविधान संशोधन अधिनियम 1992 द्वारा हेठ लिखियां विचों किहड़ी भाषा भारतीय संविधान विच शामिल नहीं की गई। हाँ जी, 71वें संशोधन अधिनियम 1992 द्वारा इन्हां दे विचों किहड़ी भाषा वा जिहड़ी कि भारतीय संविधान दे विच शामिल नहीं की गई सी। तो जल्दी नाल आंसर कमेंट बॉक्स दे विच सेंड करो जी, क्योंकि मैं आपां हुणे रिसेंटली करके गए हाँ। मैं तुहानूं सिंधी बारे करवाया सी क्वेश्चनस, सिंधी ऑप्शन सी इज़ द राइट आंसर है। ठीक है, की कीता सी आपां हुणे सिंधी कि सिंधी नूं 21वें संशोधन द्वारा खेतरी भाषावां दी सूची दे विच शामिल किया गया सी। ठीक है, तो 71वें संविधान संशोधन अधिनियम द्वारा कौनकी, मणिपुरी अते नेपाली नूं भारतीय संविधान दे विच शामिल किया गया सी, पर सिंधी नूं 22वें संविधान संशोधन द्वारा किया गया सी। ये तुसीं याद रखना। अगला वा जी, भारतीय सरकार द्वारा दिते जाने वाले भारत रत्न ते पद्म श्री अवार्ड शामिल हैं। हाँ जी, किन्हां नाल संबंध आ, किहड़े आर्टिकल नाल संबंध आ? भारतीय संविधान द्वारा जिहड़े भारत रत्न दिते जाते आ, पद्म श्री अवार्ड दिते जाते आ, इन्हां बारे सानूं जिहड़ा ज्ञान आ, जानकारी आ, वो आर्टिकल 18 दे विच मिलदी आ। ऑप्शन बी इज़ द राइट आंसर। नैक्सट है जी, संविधान का अनुच्छेद 370 किहड़े राज नाल संबंधित है? हाँ जी, संविधान का जिहड़ा आर्टिकल 370 आ, ये जम्मू कश्मीर दे नाल संबंधित आ। ऑप्शन नंबर सी इज़ द राइट आंसर, जम्मू कश्मीर। नैक्सट, संविधान विच किहड़ा प्रावधान बिना किसी बहस दे पास हो गया सी? हाँ जी, मौलिक अधिकार, की इन्हां ते कोई बहस हुई सी? हाँ जी। उस तो बाद संविधान विच किहड़ा प्रावधान आ जिहड़ा बिना बहस दे पास होया? बालिगां दीआं वोटां दा अधिकार आ जिहड़ा बिना बहस तो पास हो गया सी। ठीक है जी, अगे आ, हेठले आदेशों विचों किहड़ा आदेश जनरल परवेज़ मुशर्रफ ने 2002 विच पाकिस्तान के संविधान नूं संशोधित करने लई जारी किया सी? हाँ जी, हेठले आदेश आ जिहड़े इन्हां दे विचों किहड़ा आदेश आ जिहड़ा जनरल परवेज़ मुशर्रफ ने 2002 विच पाकिस्तान के संविधान नूं संशोधित करने लई जारी किया? तां कानूनी ढांचे का आदेश। ऑप्शन नंबर ए इज़ द राइट आंसर। नैक्सट है जी, भारतीय संविधान के प्रावधानों अनुसार कोई बिल धन बिल है या नहीं, इसका फैसला कौन करता है? हाँ जी, कोई बिल धन बिल है या नहीं, तो इसका फैसला करता है लोक सभा का स्पीकर। ऑप्शन नंबर बी इज़ द राइट आंसर है, लोक सभा का स्पीकर। राइट आंसर है जी ऑप्शन बी कि कोई बिल धन बिल है या नहीं, इसका फैसला लोक सभा का स्पीकर ही करता है। ठीक है जी। नैक्सट है, भारतीय नागरिकों के मुढ़ले करतੱਵਾਂ ਨੂੰ संविधान विच डैश द्वारा शामिल किया जाता है? हाँ जी, भारतीय नागरिकों के जोड़े मुढ़ले करतੱਵ देखो, एक होंगे मौलिक अधिकार, एक होंगे करतੱਵ। मौलिक अधिकार असीं अमेरिका तो लिया, करतੱਵ असीं रूस तो लिया। ठीक है, जोड़े मूल करतੱਵ आ इन्हां दी जानकारी सानूं किहड़े भाग विच मिलदी है? जल्दी नाल कमेंट बॉक्स दे विच सेंड करो जी आंसर। ठीक है, किहड़े भाग विच सानूं मूल करतੱਵ मिलते हैं? तो ये मिलते हैं जी सानूं, सब तो पहला आप मूल करतੱਵ की गल कर रहे थे, तो सानूं रूस तो लिए आ। ठीक है, तो भारतीय नागरिकों के मुढ़ले करतੱਵਾਂ ਨੂੰ संविधान के 42वें संशोधन 1967 द्वारा शामिल किया गया सी। ऑप्शन नंबर सी इज़ द राइट आंसर। नैक्सट है जी, इन्हां विचों किहड़ा संविधान का अंग नहीं है? हाँ जी, संविधान का अंग किहड़ा नहीं गा? देखो, चोण आयोग संविधान का अंग, वित्त आयोग संविधान का अंग आ। ठीक है, अंतरराज्यी परिषद संविधान का अंग आ, उन्हें पूछा नहीं है। योजना आयोग आ जिहड़ा ये संविधान का अंग नहीं है। योजना आयोग ये साडे संविधान का अंग नहीं गी। योजना आयोग नूं हुण चेंज कर दिता गया, इसनूं चेंज किया प्रधानमंत्री मोदी ने 2015 दे विच। उन्होंने चेंज करके इसका नाम रख दिता नीति आयोग। हुण योजना आयोग नहीं गी साडे, किहड़ा आयोग आ साडे हैगा नीति आयोग। ठीक है, ये तुसीं याद रखना। भारत दे विच ते जदों भी नीति आयोग बनाया गया सी, नाल ही ये कह दिता गया सी कि जिहड़ा भी भारत का प्रधानमंत्री होऊगा उही योजना नीति आयोग का चेयरमैन होवेगा। ठीक है, तो जिहड़ी योजना आयोग आ ये तुहानूं पता कि साडे भारत के पहले प्रधानमंत्री ने पंडित जवाहर लाल नेहरू। उन्होंने कदों शुरू की सी? 1930 दे विच शुरू की सी।
तो उन्होंने भी नाल ही यही ऐलान किया सी कि जिहड़ा भी भारत का प्रधान मंत्री होवेगा ਉਹੀ योजना आयोग का चेयरमैन होवेगा। पर नरेंद्र मोदी जी ने इस नूं खत्म करके इस नूं चेंज कर दिता, जां आपां कह सकते हैं इस दे विच कुछ तब्दीलियां करतियां, इहदा नाम रखता नीति आयोग। ठीक है, ये तुसीं याद रखना। ऑप्शन डी इज़ द राइट आंसर है कि यह संविधान का अंग नहीं है। अगे आ किहड़ा संशोधन एक्ट भारत के छोटे संविधान के रूप में जानिया जाता है। हाँ जी, इन्हां दे विचों किहड़ा एक्ट आ जिहड़ा भारत के छोटे संविधान के रूप में जानिया जाता है, तो वह है जी 42वां संविधानिक संशोधन एक्ट 1976। ऑप्शन नंबर बी इज़ द राइट आंसर। नैक्सट है जी किहड़ी भाषा भारतीय संविधान के 8वें अनुच्छेद विच नहीं दर्शाई गई। हाँ जी, अंग्रेजी भाषा वा जिहड़ी ये 8वें अनुच्छेद दे विच नहीं दर्शाई गई। ऑप्शन नंबर सी इज़ द राइट आंसर, अंग्रेजी। ठीक है, नैक्सट है जी सिक्ख्या के अधिकार नूं भारतीय संविधान विच रखिया गया। हाँ जी, सिक्ख्या के अधिकार नूं भारतीय संविधान विच किहदे तहत रखिया गया, तो 86वें संशोधन एक्ट के तहत सिक्ख्या के अधिकार नूं भारतीय संविधान दे विच रखिया गया। ऑप्शन नंबर ए इज़ द राइट आंसर, सिक्ख्या का अधिकार किहदे संबंधी किहदे विच जानकारी मिलती है सानूं, जां आपां कह सकते हैं कि 86वें संशोधन एक्ट के तहत सिक्ख्या के अधिकार नूं भारतीय संविधान दे विच रखिया गया। नैक्सट है हेठ लिखियां विचों भारतीय संविधान के किहड़े अनुच्छेद भारत की नागरिकता नाल संबंधित हैं। हाँ जी, हुण भारत की नागरिकता बहुत इंपॉर्टेंट है। नागरिकता संबंधी जानकारी सानूं किहड़े भाग च मिलती है। नागरिकता संबंधी जानकारी सानूं मिलती है जी भाग 2 दे विच। ठीक है, तो 5 तो 11 आर्टिकल आ जिहड़े सानूं भारत की नागरिकता नाल संबंधित आ। ऑप्शन सी इज़ द राइट आंसर है। आर्टिकल 5 भारत की नागरिकता बारे दसदा। आर्टिकल 6 पाकिस्तान तो आउण वालियां दी नागरिकता दसदा। आर्टिकल 7 जिहड़े लोग भारत तो पाकिस्तान चले जाते हैं उन्हां दी नागरिकता बारे जानकारी दिंदा। आर्टिकल 8 भारत विच जन्म होया होवे पर रहिंदे आपां विदेश च होईए इस बारे जानकारी दिंदा। आर्टिकल 9 विदेशी राज की नागरिकता लैण ते भारत का नागरिक कोई होवेगा जां नहीं होवेगा इस दे बारे जानकारी दिंदा। ठीक है, जदों किसी नूं कोई होर देशां दे विच जाके पक्के हो जाते उन्हां दे नागरिक बन जाते हैं, इहदा मतलब फिर वो भारत के नागरिक होणगे जां नहीं होणगे, ये सारी जानकारी सानूं आर्टिकल 9 दे विच मिलदी है, जिहड़ा कि कहंदा वा कि नहीं होणगे। ठीक है, फिर आर्टिकल 10 नागरिकों के अधिकारां की निरंतरता बारे दसदा। आर्टिकल 11 नागरिकों के अधिकारां नूं नियमित करन लई संसद द्वारा बनाए जाने वाले कानून बारे जानकारी दिंदा। अगे आ जी सभा संगठन बनाउण दा एक अधिकार। हाँ जी, इन्हां दे विचों किहड़ा अधिकार आ जिहड़ा सभा संगठन बनाउण दा अधिकार आ, तां इह अधिकार आ जी सिविल अधिकार है। ठीक है, ऑप्शन ए इज़ द राइट आंसर। अगला प्रश्न जीवन का अधिकार एक मौलिक अधिकार है किस दे तहत। हाँ जी, आर्टिकल 21 के तहत जीवन का अधिकार एक मौलिक अधिकार है। जेकर तुहानूं इत्थे तक वीडियो चंगी लगी है तो प्लीज़ वीडियो नूं वध तों वध शेयर जरूर कर देना। ऑप्शन डी इज़ द राइट आंसर है। नैक्सट है इन्हां विचों किहड़ा संघी सूची का विषय नहीं है। हाँ जी, संघी सूची संघी सूची का विषय वा जिहड़ा इन्हां दे विचों वो किहड़ा नहीं गा। तेल खेतर अते खनिज साधन हैगे आ। अंतरराष्ट्रीय नदियां का निजमन अते विकास भी संघी सूची दे विच शामिल आ। उच्च अदालतां का संगठन भी संघी सूची दे विच आ जांदा। पर जमीन अते किराए की वसूली है जिहड़ी जमीन अते किराए की वसूली यह संघी सूची का विषय नहीं गा। ऑप्शन डी इज़ द राइट आंसर है। अगला वा जी भारत के संविधान अनुसार प्रधानमंत्री नूं किन्ने करतब दिते गए हैं। हाँ जी, भारत के संविधान के अनुसार प्रधानमंत्री नूं 3 करतब दिते जाते हैं। ऑप्शन नंबर बी इज़ द राइट आंसर 3। ठीक है जी, नैक्सट है जी संविधान तहत अवशिष्ट शक्ति निहित है। हाँ जी, संविधान तहत संघी विधान मंडल दे विच अवशिष्ट शक्ति निहित है। ऑप्शन ए इज़ द राइट आंसर। नैक्सट है भारतीय संविधान का आर्टिकल 14 पैरवी करता है। हाँ जी, भारतीय संविधान का जिहड़ा आर्टिकल 14वां इहदे विच की है सब तो पहला देखो
ਆਰਟੀਕਲ 14ਵਾਂ ਜਿਹੜਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਆਰਟੀਕਲ 14 ਤੋਂ 18 ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ? ਹਾਂਜੀ, ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਕਿਹੜੀ ਨਹੀਂ ਗੀ? ਰਿਪੀਟ ਹੋ ਗਿਆ ਹੈ, ਭਾਰਤੀ ਸੰਵਿਧਾਨ ਦੇ ਵਿੱਚ ਦੋਹਰੀ ਨਾਗਰਿਕਤਾ ਪ੍ਰਣਾਲੀ ਨਹੀਂ ਗੀ। ਠੀਕ ਹੈ, ਤਾਂ ਇਹੀ ਇਹਦੀ ਵਿਸ਼ੇਸ਼ਤਾ ਨਹੀਂ ਗੀ। ਬਾਕੀ ਸਾਰੀਆਂ ਹੈਗੀਆਂ ਲਿਖਤੀ ਸੰਵਿਧਾਨ ਆ, ਸੰਘਾਤਮਕ ਆ, ਸੰਸਦੀ ਪ੍ਰਣਾਲੀ ਆ। ਠੀਕ ਹੈ, ਅੱਗੇ ਆ, ਭਾਰਤ ਦੇ ਸੰਵਿਧਾਨ ਵਿੱਚ ਡੈਸ਼ ਅਨੁਸੂਚੀਆਂ ਹਨ? ਤਾਂ ਐਟ ਪ੍ਰੈਜ਼ੈਂਟ ਕਿੰਨੀਆਂ ਅਨੁਸੂਚੀਆਂ ਨੇ? 12। ਨੈਕਸਟ ਪ੍ਰਸ਼ਨ ਆ ਜੀ, ਭਾਰਤ ਵਿੱਚ ਸਿੱਖਿਆ ਦਾ ਅਧਿਕਾਰ ਐਕਟ ਕਦੋਂ ਲਾਗੂ ਕੀਤਾ ਗਿਆ? ਹਾਂਜੀ, ਭਾਰਤ ਦੇ ਵਿੱਚ ਸਿੱਖਿਆ ਦਾ ਅਧਿਕਾਰ ਐਕਟ ਆ ਜਿਹੜਾ ਇਹ 1 ਅਪ੍ਰੈਲ 2010 ਨੂੰ ਲਾਗੂ ਕੀਤਾ ਗਿਆ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, 1 ਅਪ੍ਰੈਲ 2010। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਅਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।